सत्कारयोग अध्यापक साहबान ते मेरे प्यारे बच्चों, मैं विशाल कुमार मैथ मास्टर सरकारी हाई स्कूल बूथगढ़ जिला मोहाली। प्यारे विद्यार्थियों, असी पिछले दो चैप्टरां दे विच अंकड़ा विज्ञान बारे पढ़ रहे सी। आओ थोड़ी दोहराई करन तो बाद असी अपने अगले टॉपिक वल वधदे हां। अंकड़े अंकड़े की हुंदे हन? एक निश्चित उद्देश दे नाल इकट्ठे किए गए तथ्यां या अंकां नूं ਜਿਹੜੇ ਸਿੱਖਿਆਤਮਕ ਜਾਂ ਕਿਸੇ ਹੋਰ ਰੂਪ ਵਿੱਚ ਹੋ ਸਕਦੇ ਹਨ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਅੰਕੜੇ ਬੋਲਦੇ ਹਾਂ। ਅੰਕੜੇ ਦੋ ਤਰ੍ਹਾਂ ਦੇ ਹੁੰਦੇ ਹਨ। ਮੁੱਢਲੇ ਆંકੜੇ ਜਿਨ੍ਹਾਂ ਨੂੰ ਅਸੀਂ ਪ੍ਰਾਇਮਰੀ ਡਾਟਾ ਵੀ ਕਹਿੰਦੇ ਹਾਂ। ਜਦੋਂ ਕੋਈ ਵਿਅਕਤੀ ਜਾਂ ਸੰਸਥਾ ਕਿਸੇ ਖਾਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਕੜੇ ਜਾਂ ਤਾਂ ਆਪ ਜਾਂ ਆਪਣੇ ਕਿਸੇ ਕਰਮਚਾਰੀ ਤੋਂ ਇਕੱਠੇ ਕਰਵਾਉਂਦੇ ਹਨ, ਉਹਨਾਂ ਇਕੱਤਰ ਹੋਏ ਅੰਕੜਿਆਂ ਨੂੰ ਅਸੀਂ ਕੀ ਬੋਲਦੇ ਹਾਂ? ਮੂਲ ਜਾਂ ਮੁੱਢਲੇ ਅੰਕੜੇ। ਜਿਵੇਂ ਕਿ ਤੁਹਾਡੇ ਘਰਾਂ ਦੇ ਵਿੱਚ ਮੱਧਮਸ਼ੁਮਾਰੀ ਕਰਨ ਕਰਮਚਾਰੀ ਆਉਂਦੇ ਹਨ, ਉਹ ਤੁਹਾਨੂੰ ਪੁੱਛਦੇ ਹਨ ਤੁਹਾਡੇ ਘਰ ਵਿੱਚ ਕਿੰਨੇ ਮੈਂਬਰ ਹਨ, ਉਹ ਕਿੰਨੇ ਪੜ੍ਹੇ ਲਿਖੇ ਹਨ, ਉਹਨਾਂ ਦੀ ਉਮਰ ਕੀ ਹੈ। ਉਹ ਸਾਰੇ ਜਿਹੜੇ ਅੰਕੜੇ ਹਨ ਭਾਰਤ ਸਰਕਾਰ ਹੈ ਜਿਹੜੀ ਉਹ ਇਕੱਠੇ ਕਰਵਾਉਂਦੀ ਹੈ ਆਪਣੇ ਕਰਮਚਾਰੀਆਂ ਤੋਂ। ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਮੂਲ ਅੰਕੜੇ ਜਾਂ ਮੁੱਢਲੇ ਅੰਕੜੇ। ਗੌਣ ਅੰਕੜੇ ਜਦੋਂ ਕੋਈ ਵਿਅਕਤੀ ਜਾਂ ਸੰਸਥਾ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਦੁਆਰਾ ਇਕੱਠੇ ਕੀਤੇ ਅੰਕੜੇ ਕਿਸੇ ਉਦੇਸ਼ ਦੀ ਪੂਰਤੀ ਲਈ ਵਰਤਦਾ ਹੈ ਤਾਂ ਉਹ ਅੰਕੜੇ ਗੌਣ ਅੰਕੜੇ ਅਖਵਾਉਂਦੇ ਹਨ। ਯਾਨੀ ਕਿ ਸੰਸਥਾ ਜਿਹੜੀ ਹੈਗੀ ਹੈ ਜਾਂ ਕੋਈ ਵਿਅਕਤੀ ਆ ਉਹ ਆਪ ਇਕੱਠੇ ਨਹੀਂ ਕਰਦਾ, ਉਹ ਜਿਹੜੇ ਅੰਕੜੇ ਪਹਿਲਾਂ ਇਕੱਠੇ ਕੀਤੇ ਹੋਏ ਹਨ ਕਿਸੇ ਵਿਅਕਤੀ ਜਾਂ ਸੰਸਥਾ ਦੁਆਰਾ ਉਹਨਾਂ ਨੂੰ ਵਰਤਦਾ ਹੈ। ਉਹਨਾਂ ਨੂੰ ਕੀ ਬੋਲਦੇ ਹਾਂ? ਅਸੀਂ ਸੈਕੰਡਰੀ ਡਾਟਾ ਜਾਂ ਗੌਣ ਅੰਕੜੇ ਬੋਲਦੇ ਹਾਂ। ਜਿਵੇਂ ਮੰਡੀਕਰਨ ਬੋਰਡ ਦੁਆਰਾ ਮੰਡੀਆਂ ਦੇ ਜਿਹੜੇ ਭਾਅ ਹਨ ਉਹ ਇਕੱਠੇ ਕੀਤੇ ਜਾਂਦੇ ਹਨ। ਜਦੋਂ ਰੇਡੀਓ ਭਾਅ ਦੱਸਣ ਲਈ ਵਰਤਦਾ ਹੈ ਤਾਂ ਰੇਡੀਓ ਲਈ ਉਹ ਭਾਅ ਕੀ ਹੁੰਦੇ ਹਨ? ਅੰਕੜੇ ਗੌਣ ਅੰਕੜੇ ਹੁੰਦੇ ਹਨ। ਜਿਵੇਂ ਕਿ ਸਾਡੇ ਕੋਲ ਅਸੀਂ ਪ੍ਰਸ਼ਨ ਦੀ ਦੁਹਰਾਈ ਕਰਦੇ ਹਾਂ ਕਿ ਸਾਡੇ ਕੋਲ ਸੈਂਟੀਮੀਟਰਾਂ ਦੇ ਵਿੱਚ 50 ਵਿਦਿਆਰਥੀ ਜਿਹੜੀ ਉਚਾਈ ਹੈ ਉਹ ਦਿੱਤੀ ਗਈ ਹੈ। ਇਹਨਾਂ ਦੀ ਅਸੀਂ ਕੀ ਕਰਨਾ ਹੈ? ਵਰਗ ਅੰਤਰਾਲ ਕਿਹੜਾ ਵਰਗ ਅੰਤਰਾਲ ਲੈਣਾ ਹੈ ਜਿਸ ਦੇ ਵਿੱਚ 160 ਤੋਂ 165 165 ਤੋਂ 170 ਆਂਦਾ ਹੋਵੇ ਲੈ ਕੇ ਇੱਕ ਅਸੀਂ ਵਰਗਾਕ੍ਰਿਤ ਬਰਮਬਾਰਤਾ ਵੰਡ ਸਾਰਨੀ ਬਣਾਉਣੀ ਹੈ। ਇਹਦੇ ਵਿੱਚ ਬੱਚਿਓ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ, ਤੁਸੀਂ ਜਿਹੜੀ ਸਾਰਨੀ ਬਣਾਉਣੀ ਹੈ ਉਸ ਦਾ ਵਰਗ ਅੰਤਰਾਲ 160 ਤੇ 165 ਹੈ ਜਿਹੜਾ ਉਹ ਵਿਚਕਾਰ ਆਣਾ ਚਾਹੀਦਾ ਸਾਡਾ। ਇਹ ਨਹੀਂ ਵੀ ਤੁਸੀਂ ਜਿਹੜੇ ਵਰਗ ਅੰਤਰਾਲ ਹੈ 160 ਤੋਂ ਸ਼ੁਰੂ ਕਰ ਦਿਓ, ਕਿਉਂਕਿ ਸਾਡੇ ਕੋਲ ਇਹਦੇ ਵਿੱਚ ਸਭ ਤੋਂ ਛੋਟਾ ਜਿਹੜਾ ਅੰਕੜਾ ਹੈ ਉਹ 150 ਹੈ। ਅਸੀਂ ਅੰਕੜੇ ਇਸ ਤਰ੍ਹਾਂ ਲੈਣੇ ਹਨ ਆਪਣਾ ਵਰਗ ਅੰਤਰਾਲ ਕਿ ਸਾਡੇ ਕੋਲ 150 ਵੀ ਆ ਜਾਵੇ ਤੇ ਜਿਹੜੀ ਮੈਕਸਿਮਮ ਵੈਲਿਊ ਹੈ ਇਹਨਾਂ ਅੰਕੜਿਆਂ ਦੀ ਜੇ ਅਸੀਂ ਦੇਖੀਏ ਤਾਂ ਸਾਡੀ ਮੈਕਸਿਮਮ ਵੈਲਿਊ ਕਿੰਨੀ ਹੈ? 173 ਹੈ। ਇਹ ਵੀ ਵਿੱਚ ਆ ਜਾਵੇ ਤਾਂ ਇਸ ਦੇ ਲਈ ਅਸੀਂ ਕੀ ਕਰਦੇ ਹਾਂ? ਅਸੀਂ 3 ਕਾਲਮ ਬਣਾਉਂਦੇ ਹਾਂ। ਪਹਿਲੇ ਵਿੱਚ ਅਸੀਂ ਦੂਰੀ ਜਿਹੜੀ ਆਪਣੇ ਵਰਗ ਅੰਤਰਾਲ ਲਿੱਤਾ ਹੈ ਉਸ ਦੇ ਵਿੱਚ ਅਸੀਂ ਕੀ ਲਵਾਂਗੇ? ਹਾਈਟ। ਦੂਜੇ ਸਾਡਾ ਮਿਲਾਨ ਚਿੰਨ੍ਹ ਤੇ ਤੀਜੇ ਵਿੱਚ ਕੀ ਹੈ? ਸਾਡੀ ਬਰਮਬਾਰਤਾ। ਹੁਣ ਅਸੀਂ ਕਹਿ ਰਿਹਾ ਸੀ ਵੀ ਸਾਡਾ ਜਿਹੜਾ ਸਭ ਤੋਂ ਛੋਟਾ ਅੰਕੜਾ ਹੈ ਉਹ 150 ਹੈ, ਇਸ ਲਈ ਅਸੀਂ ਆਪਣਾ ਜਿਹੜਾ ਵਰਗ ਅੰਤਰਾਲ ਹੈ 150 ਤੋਂ 155 155 ਤੋਂ 160 160 ਤੋਂ 165 165 ਤੋਂ 170 170 ਤੋਂ 175। ਹੁਣ ਸਾਡੀ ਜਿਹੜੀ ਹੈਗੀ ਹੈ ਵਰਗ ਅੰਤਰਾਲ ਜਿਹੜੇ ਸਾਨੂੰ ਦਿੱਤੇ ਸੀ ਉਹ ਸਾਡੇ ਇਸ ਵਰਗ ਅੰਤਰਾਲ ਦੇ ਵਿੱਚ ਆ ਰਹੇ ਹਨ। ਜੇਕਰ ਅਸੀਂ ਬੱਚਿਆਂ ਦੀ ਹਾਈਟ ਦੇਖੀਏ ਕਿ 150 ਤੋਂ ਲੈ ਕੇ 155 ਤੱਕ ਕਿੰਨੇ ਬੱਚਿਆਂ ਦੀ ਹਾਈਟ ਹੈ ਤਾਂ ਉਹ 12 ਬੱਚੇ ਹਨ। ਐਦਾਂ ਹੀ ਉਹ ਬੱਚੇ ਜਿਨ੍ਹਾਂ ਦੀ ਹਾਈਟ 155 ਤੋਂ 160 ਹੈ ਉਹ 9 ਹਨ। 160 ਤੋਂ 165 ਵਿੱਚ 14 ਹਨ। 165 ਤੋਂ 170 ਦੇ ਵਿੱਚ 10 ਹਨ। 170 ਤੋਂ 175 ਦੇ ਵਿੱਚ ਕਿੰਨੇ ਹਨ? 5। ਤਾਂ ਸਾਡਾ ਕੁੱਲ ਜਿਹੜਾ ਜੋੜ ਹੈ ਉਹ 50 ਆ ਰਿਹਾ ਹੈ। ਸਾਡੇ ਕੋਲ ਜਿਹੜੇ ਵਿਦਿਆਰਥੀਆਂ ਦੀ ਸੰਖਿਆ ਸੀ ਉਹ ਵੀ 50 ਹੈ। ਤਾਂ ਸਾਡੀ ਜਿਹੜੀ ਇਹ ਬਰਮਬਾਰਤਾ ਵੰਡ ਸਾਰਨੀ ਹੈ ਇਹ ਬਿਲਕੁਲ ਠੀਕ ਬਣੀ ਹੈ। ਇਸ ਤੋਂ ਬਾਅਦ ਅਸੀਂ ਕੀਤਾ ਸੀ ਛੜ ਚਾਰਟ ਜਾਂ ਗ੍ਰਾਫ ਕੀ ਹੁੰਦਾ ਹੈ। ਛੜ ਗ੍ਰਾਫ ਅੰਕੜਿਆਂ ਦਾ ਸਚਿੱਤਰਨ ਰੂਪਨ ਹੁੰਦਾ ਹੈ ਜਿਸ ਵਿੱਚ ਆਮ ਤੌਰ ਤੇ ਇੱਕ ਧੁਰੇ x ਧੁਰੇ ਦੇ ਉੱਪਰ ਅਸੀਂ ਕੀ ਲੈਂਦੇ ਹਾਂ? ਚਲ ਨੂੰ ਪ੍ਰਗਟ ਕਰਨ ਲਈ ਸਮਾਨ ਚੌੜਾਈ ਵਾਲੇ ਛੜ ਖਿੱਚੇ ਜਾਂਦੇ ਹਨ ਜਿਨ੍ਹਾਂ ਦੇ ਵਿਚਕਾਰ ਬਰਾਬਰ ਦੂਰੀ ਹੈ ਜਿਹੜੀ ਉਹ ਛੱਡੀ ਜਾਂਦੀ ਹੈ। ਚਲਾਂ ਦੇ ਮੁੱਲ ਦੂਜੇ ਧੁਰੇ y ਧੁਰੇ ਤੇ ਦਰਸਾਏ ਜਾਂਦੇ ਹਨ। ਛੜਾਂ ਦੀਆਂ ਜਿਹੜੀਆਂ ਉਚਾਈਆਂ ਹਨ ਚਲਾਂ ਦੇ ਮੁੱਲਾਂ ਤੇ ਨਿਰਭਰ ਕਰਦੀਆਂ ਹਨ। ਜਿਵੇਂ ਕਿ ਕਿਸੇ ਬੱਚੇ ਦੇ ਕਿਸੇ ਵੱਖ-ਵੱਖ 4 ਪ੍ਰੀਖਿਆਵਾਂ ਵਿੱਚ ਜਿਹੜੇ ਪ੍ਰਾਪਤ ਕੀਤੇ ਅੰਕ ਹਨ ਉਹ ਇਸ ਛੜ ਗ੍ਰਾਫ ਨਾਲ ਦਿਖਾਏ ਗਏ ਹਨ। ਉਸਦੇ FA1 ਦੇ ਵਿੱਚ 9 ਅੰਕ ਹਨ, FA2 ਵਿੱਚ 12 ਅੰਕ ਹਨ, FA3 ਵਿੱਚ 15 ਅੰਕ ਹਨ ਤੇ FA4 ਵਿੱਚ ਕਿੰਨੇ ਹਨ? 19। ਤਾਂ ਇਹ ਅਸੀਂ ਕੀ ਕੀਤਾ? x ਧੁਰੇ ਤੇ ਅਸੀਂ ਕੀ ਲਿੱਤੇ ਹਨ? ਛੜ ਲਿੱਤੇ ਹਨ ਜਿਨ੍ਹਾਂ ਦੇ ਵਿਚਕਾਰ ਅਸੀਂ ਬਰਾਬਰ ਦੂਰੀ ਛੱਡੀ ਗਈ ਹੈ ਤੇ ਇਹਨਾਂ ਦੀ ਜਿਹੜੀ ਹਾਈਟ ਹੈ ਉਹ ਕੀ ਹੈ? ਡਿਪੈਂਡ ਕਰ ਰਹੀ ਹੈ ਸਾਡੀ ਮੁੱਲ ਤੇ।
ਦੋਹਰਾ ਛੜ ਗ੍ਰਾਫ, ਅਗਰ ਅਸੀਂ ਦੋ ਜਿਹੜੇ ਹੈਗੇ ਆ ਸਾਡੇ ਅੰਕੜੇ ਉਹਨਾਂ ਨੂੰ ਕੰਪੇਅਰ ਕਰਨਾ ਹੈ ਤਾਂ ਅਸੀਂ ਦੋਹਰਾ ਛੜ ਗ੍ਰਾਫ ਹੈ ਜਿਹੜਾ ਉਹ ਯੂਜ਼ ਕਰਦੇ ਹਾਂ। ਜਿਵੇਂ ਕਿ ਸਾਡੇ ਕੋਲ ਦੋ ਵਿਦਿਆਰਥੀ ਹਨ, ਇੱਕ ਮੀਨਾ ਤੇ ਹੀਨਾ। ਅਗਰ ਅਸੀਂ ਉਹਨਾਂ ਦੇ ਵੱਖ-ਵੱਖ ਪ੍ਰੀਖਿਆਵਾਂ ਵਿੱਚ ਜਿਹੜੇ ਅੰਕ ਹਨ ਉਹਨਾਂ ਦੀ ਤੁਲਨਾ ਕਰਨੀ ਹੈ ਤਾਂ ਉਸ ਦੇ ਲਈ ਅਸੀਂ ਕੀ ਕਰਿਆ ਹੈ, x ਧੁਰੇ ਉੱਤੇ 2 ਇਕੱਠੇ 2 ਜਿਹੜੇ ਹੈਗੇ ਆ ਛੜ ਲਿੱਤੇ ਹਨ, ਜਿਹਦੇ ਵਿੱਚ ਅਸੀਂ ਦੱਸਿਆ ਹੈ ਕਿ ਜਿਹੜਾ ਪੀਲਾ ਹੈ ਉਹ ਮੀਨਾ ਦੇ ਅੰਕ ਤੇ ਜਿਹੜਾ ਹਰਾ ਹੈ ਉਹ ਹੀਨਾ ਦੇ ਅੰਕ ਨੂੰ ਦਰਸਾ ਰਿਹਾ ਹੈ। ਤਾਂ ਇਹਨਾਂ ਦੋਨਾਂ ਦੇ ਜਿਹੜੇ ਅੰਕ ਹਨ ਅਸੀਂ ਦੋਹਰੇ ਛੜ ਗ੍ਰਾਫ ਦੇ ਨਾਲ ਦਰਸਾ ਸਕਦੇ ਹਾਂ। ਜਿਵੇਂ ਕਿ ਅਸੀਂ ਪ੍ਰਸ਼ਨ ਕੀਤਾ ਸੀ ਕਿ ਇੱਕ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਜਿੱਤੀਆਂ ਗਈਆਂ ਜਿਹੜੀਆਂ ਸੀਟਾਂ ਹਨ, ਪਰਿਣਾਮ ਹਨ, ਉਹ ਨਤੀਜੇ ਦਿੱਤੇ ਗਏ ਹਨ। ਸਾਡੇ ਕੋਲ ਪਾਰਟੀ ਹੈ, A ਪਾਰਟੀ ਹੈ, ਉਸਨੇ ਕਿੰਨੀਆਂ ਸੀਟਾਂ ਜਿੱਤੀਆਂ ਹਨ, 75, B ਪਾਰਟੀ ਨੇ 55, C ਪਾਰਟੀ ਨੇ 37, D ਪਾਰਟੀ ਨੇ 29, E ਪਾਰਟੀ ਨੇ 10 ਤੇ F ਪਾਰਟੀ ਨੇ 37। ਉੱਪਰ ਦਿੱਤੀਆਂ ਗਈਆਂ ਸੂਚਨਾਵਾਂ ਨੂੰ ਛੜ ਗ੍ਰਾਫ ਦੇ ਰੂਪ ਵਿੱਚ ਨਿਰੂਪਿਤ ਕਰੋ। ਕਿਸ ਰਾਜਨੀਤਿਕ ਪਾਰਟੀ ਨੇ ਸਭ ਤੋਂ ਵੱਧ ਜ਼ਿਆਦਾ ਸੀਟਾਂ ਹੈ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਹਨ। ਤਾਂ ਇਸ ਦੇ ਲਈ ਅਸੀਂ ਕੀ ਕਰਾਂਗੇ, ਫਿਰ ਉਹੀ x ਧੁਰ ਦੇ ਉੱਤੇ ਅਸੀਂ ਕੀ ਲਿੱਤਾ ਹੈ, ਛੜ ਲਿੱਤੇ ਹਨ, ਜਿਨ੍ਹਾਂ ਦੇ ਵਿੱਚ ਅਸੀਂ ਬਰਾਬਰ ਦੂਰੀ ਜਿਹੜੀ ਹੈਗੀ ਹੈ ਉਹ ਛੱਡੀ ਗਈ ਹੈ। ਹੁਣ ਅਸੀਂ ਕਿਹਾ ਵੀ A ਪਾਰਟੀ ਨੂੰ 75 ਸੀਟਾਂ ਮਿਲੀਆਂ ਹਨ, ਤਾਂ A ਪਾਰਟੀ ਦੀਆਂ ਅਸੀਂ ਕਿੰਨੀਆਂ ਸ਼ੋ ਕੀਤੀਆਂ ਹਨ, 75 ਸੀਟਾਂ। ਇੱਦਾਂ ਹੀ B ਪਾਰਟੀ ਨੇ 55 ਸੀਟਾਂ ਲਿੱਤੀਆਂ ਹਨ, C ਪਾਰਟੀ ਨੇ 37, D ਨੇ 29, E ਨੇ 10 ਤੇ F ਨੇ 37। ਇਹ ਕੀ ਹੈ, ਅਸੀਂ ਕਿਹਾ ਸੀ ਇਹ ਅੰਕੜਿਆਂ ਦਾ ਕੀ ਹੈ, ਅਲੇਖੀ ਨਿਰੂਪਣ ਹੈ। ਅਸੀਂ ਇਹ ਵੀ ਕੀਤਾ ਸੀ ਵੀ ਅੰਕੜਿਆਂ ਦਾ ਅਲੇਖੀ ਨਿਰੂਪਣ ਕਿਉਂ ਕਰਦੇ ਹਾਂ। ਅਸੀਂ ਅੰਕੜਿਆਂ ਦਾ ਅਲੇਖੀ ਨਿਰੂਪਣ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਦੇਖਦੇ ਸਾਰ ਹੀ ਪਤਾ ਲੱਗ ਜਾਵੇ ਵੀ ਇਹ ਜਿਹੜੇ ਅੰਕੜੇ ਹਨ ਸਾਨੂੰ ਕਿਸ ਚੀਜ਼ ਬਾਰੇ ਦੱਸ ਰਹੇ ਹਨ। ਅਗਰ ਮੰਨ ਲਓ ਮੈਂ ਤੁਹਾਨੂੰ ਡਾਟਾ ਨਾ ਦੇ ਕੇ ਇਹ ਗ੍ਰਾਫ ਦੇ ਦਾਂ, ਤੁਸੀਂ ਦੇਖ ਕੇ ਹੀ ਦੱਸ ਸਕਦੇ ਹੋ ਕਿ ਇਹ ਜਿਹੜਾ ਗ੍ਰਾਫ ਹੈ ਇਹ ਰਾਜਨੀਤਿਕ ਪਾਰਟੀਆਂ ਦੁਆਰਾ ਜਿੱਤੀਆਂ ਗਈਆਂ ਸੀਟਾਂ ਪਰਿਣਾਮ ਦੇ ਨਤੀਜੇ ਨੂੰ ਦਰਸਾ ਰਿਹਾ ਹੈ। ਇਸ ਦੇ ਵਿੱਚ ਅਸੀਂ ਪੈਮਾਨਾ ਜਿਹੜਾ y ਧੁਰੇ ਤੇ ਲਿੱਤਾ ਹੈ, ਇੱਕ ਵੱਡਾ ਖੰਡ ਹੈ ਜਿਹੜਾ ਉਹ ਕਿਸ ਨੂੰ ਦਰਸਾ ਰਿਹਾ ਹੈ, 10 ਸੀਟਾਂ ਨੂੰ ਦਰਸਾ ਰਿਹਾ ਹੈ। ਤਾਂ ਅਸੀਂ ਦੇਖ ਕੇ ਦੱਸ ਸਕਦੇ ਹਾਂ ਕਿ A ਪਾਰਟੀ ਨੇ ਕਿੰਨੀਆਂ ਸੀਟਾਂ ਲਈਆਂ ਹਨ, B ਨੇ ਕਿੰਨੀਆਂ, C ਨੇ ਕਿੰਨੀਆਂ, ਤੇ ਇਹਨਾਂ ਵਿੱਚ ਸਭ ਤੋਂ ਵੱਧ ਜਿਹੜੀਆਂ ਸੀਟਾਂ ਹਨ ਉਹ ਕਿਸ ਨੂੰ ਮਿਲੀਆਂ ਹਨ, A ਪਾਰਟੀ ਨੂੰ ਮਿਲੀਆਂ ਹਨ, ਤੇ ਸਭ ਤੋਂ ਜਿਹੜੀਆਂ ਘੱਟ ਸੀਟਾਂ ਹਨ ਉਹ E ਪਾਰਟੀ ਨੂੰ ਮਿਲੀਆਂ ਹਨ। ਅਗਰ ਅਸੀਂ ਦੇਖੀਏ ਕਿ ਸੈਕਿੰਡ ਨੰਬਰ ਤੇ ਸਾਡੀ ਜਿਹੜੀ ਕਿਹੜੀ ਪਾਰਟੀ ਆਈ ਹੈ ਤਾਂ ਅਸੀਂ ਇਸ ਅੰਕ ਅਲੇਖੀ ਨਿਰੂਪਣ ਨੂੰ ਦੇਖ ਕੇ ਦੱਸ ਸਕਦੇ ਹਾਂ ਕਿ B ਪਾਰਟੀ ਹੈ ਜਿਹੜੀ ਉਹ ਸੈਕਿੰਡ ਨੰਬਰ ਤੇ ਆਈ ਹੈ ਤੇ ਉਹਨੂੰ ਕਿੰਨੀਆਂ ਸੀਟਾਂ ਮਿਲੀਆਂ ਹਨ, 55 ਸੀਟਾਂ ਮਿਲੀਆਂ ਹਨ। ਆਇਤ ਚਿੱਤਰ, ਇਹ ਲਗਾਤਾਰ ਵਰਗ ਅੰਤਰਾਲ ਦੇ ਲਈ ਪ੍ਰਯੋਗ ਕੀਤੇ ਛੜ ਗ੍ਰਾਫ ਦੀ ਤਰ੍ਹਾਂ ਨਿਰੂਪਿਤ ਕੀਤਾ ਜਾਂਦਾ ਹੈ। ਲਗਾਤਾਰ ਮਤਲਬ ਇਸ ਦੇ ਵਿੱਚ ਅਸੀਂ ਜਿਹੜੇ ਛੜ ਹਨ ਆਪਣੇ ਉਹਨਾਂ ਦੇ ਵਿੱਚ ਬਿਲਕੁਲ ਵੀ ਜਿਹੜੀ ਹੈ ਜਗ੍ਹਾ ਜਿਹੜੀ ਹੈ ਨਹੀਂ ਛੱਡਣੀ, ਉਹਨਾਂ ਨੂੰ ਅਸੀਂ ਲਗਾਤਾਰ ਹੈ ਜਿਹੜਾ ਕੰਟੀਨਿਊਸ ਹੈ ਉਹ ਬਣਾਉਣਾ ਹੈ। ਜਿਵੇਂ ਕਿ ਸਾਡੇ ਕੋਲ ਇੱਕ ਪ੍ਰਸ਼ਨ ਹੈ ਕਿ ਹੇਠਾਂ ਦਿੱਤੀ ਸਾਰਣੀ ਵਿੱਚ 400 ਨਿਓਨ ਲੈਂਪਾਂ ਦੇ ਜੀਵਨ ਕਾਲ ਦਿੱਤੇ ਗਏ ਹਨ, ਯਾਨੀ ਕਿ ਉਹ ਲੈਂਪ ਜਿਹੜਿਆਂ ਦਾ ਜੀਵਨ ਕਾਲ 300 ਤੋਂ ਲੈ ਕੇ 400 ਘੰਟੇ ਦੇ ਵਿਚਕਾਰ ਹੈ, ਉਹਨਾਂ ਦੀ ਸੰਖਿਆ ਕਿੰਨੀ ਹੈ, 14 ਹੈ। 400 ਤੇ 500 ਦੇ ਵਿਚਕਾਰ ਕਿੰਨੀ ਹੈ, 56 ਹੈ। 500 ਤੋਂ 600 ਵਿਚਕਾਰ ਕਿੰਨੀ ਹੈ, 60 ਹੈ। ਇਹ ਸਾਨੂੰ ਪੂਰਾ ਜਿਹੜਾ ਹੈ ਡਾਟਾ ਦਿੱਤਾ ਗਿਆ ਹੈ। ਇਹਨਾਂ ਨੂੰ ਅਸੀਂ ਆਇਤ ਚਿੱਤਰ ਦੇ ਉੱਪਰ ਇੱਕ ਤਾਂ ਨਿਰੂਪਿਤ ਕਰਨਾ ਹੈ, ਦੂਜਾ ਅਸੀਂ ਇਹ ਦੇਖਣਾ ਹੈ ਕਿ 700 ਘੰਟਿਆਂ ਤੋਂ ਵੱਧ ਜਿਹੜੇ ਹੈਗੇ ਆ ਕਿੰਨੇ ਲੈਂਪਾਂ ਦੀ ਜੀਵਨ ਕਾਲ ਸੀ। ਤਾਂ ਇਸ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਹੈਡਿੰਗ ਲਿਖ ਰਹੇ ਹਾਂ ਕਿ ਨਿਓਨ ਲੈਂਪਾਂ ਦਾ ਜੀਵਨ ਕਾਲ ਸਾਨੂੰ ਦਰਸਾ ਰਿਹਾ ਹੈ ਡਾਟਾ। ਪੈਮਾਨਾ ਅਸੀਂ ਇਹਦੇ ਵਿੱਚ y ਧੁਰੇ ਤੇ ਇੱਕ ਵੱਡਾ ਖੰਡ ਹੈ ਜਿਹੜਾ ਉਹ 10 ਲੈਂਪਾਂ ਨੂੰ ਕੀ ਹੈ ਦਰਸਾ ਰਿਹਾ ਹੈ। ਤਾਂ ਅਸੀਂ ਕੀ ਕੀਤਾ ਹੈ, x ਤੇ ਅਸੀਂ 300 400 ਜਿਹੜੇ ਸਾਡੇ ਵਰਗ ਅੰਤਰਾਲ ਸੀ ਉਹ ਲਿੱਤੇ ਹਨ, ਤੇ y ਧੁਰੇ ਤੇ ਅਸੀਂ ਕੀ ਲਿੱਤਾ ਹੈ, ਇਹਨਾਂ ਦਾ ਮੁੱਲ ਲਿੱਤਾ ਹੈ। ਹੁਣ ਉਹ ਠੀਕ ਹੈ ਲੈਂਪ ਜਿਨ੍ਹਾਂ ਦਾ ਜੀਵਨ ਕਾਲ 300 ਤੋਂ ਲੈ ਕੇ 400 ਘੰਟਿਆਂ ਦੇ ਵਿਚਕਾਰ ਸੀ ਉਹ ਕਿੰਨੇ ਹੈ, ਸਾਡੇ ਕੋਲ 14 ਹਨ। ਉਹ ਲੈਂਪ ਜਿਨ੍ਹਾਂ ਦਾ ਜੀਵਨ ਕਾਲ 400 ਤੋਂ ਲੈ ਕੇ 500 ਘੰਟਿਆਂ ਦੇ ਵਿੱਚ ਸੀ ਉਹ ਕਿੰਨਾ ਹੈ, 56। ਹੁਣ ਇਹਨਾਂ ਵਿੱਚ ਜਿਹੜੇ ਆਪਾਂ ਨੇ ਛੜ ਗ੍ਰਾਫ ਬਣਾਏ ਹਨ ਇਹਨਾਂ ਦੇ ਵਿੱਚ ਅਸੀਂ ਬਿਲਕੁਲ ਵੀ ਜਿਹੜੀ ਹੈ ਜਗ੍ਹਾ ਨਹੀਂ ਛੱਡੀ ਹੈ ਕਿਉਂਕਿ ਇਹ ਜਿਹੜਾ ਸਾਡਾ ਡਾਟਾ ਹੈ ਇਹ ਲਗਾਤਾਰ ਹੈ। ਬੱਚਿਓ ਇਹ ਯਾਦ ਰੱਖਣਾ ਹੈ, ਛੜ ਗ੍ਰਾਫ ਤੇ ਆਇਤ ਚਿੱਤਰ ਦੇ ਵਿੱਚ ਇਹੀ ਫਰਕ ਹੈ ਕਿ ਛੜ ਗ੍ਰਾਫ ਦੇ ਵਿੱਚ ਅਸੀਂ ਜਿਹੜੇ ਛੜ ਬਣਾਉਂਦੇ ਹਨ ਉਹਨਾਂ ਦੇ ਵਿੱਚ ਬਰਾਬਰ ਦੂਰੀ ਹੈ ਜਿਹੜੀ ਉਹ ਛੱਡਦੇ ਹਾਂ, ਪਰ ਆਇਤ ਚਿੱਤਰ ਦੇ ਵਿੱਚ ਅਸੀਂ ਜਿਹੜੇ ਲਗਾਤਾਰ ਵਰਗ ਅੰਤਰਾਲ ਅਸੀਂ ਯੂਜ਼ ਕਰਦੇ ਹਾਂ ਉਹਨਾਂ ਦੇ ਵਿੱਚ ਅਸੀਂ ਬਿਲਕੁਲ ਵੀ ਜਿਹੜੀ ਜਗ੍ਹਾ ਹੈ ਪਲੇਸ ਹੈ ਉਹ ਨਹੀਂ ਛੱਡਦੇ। ਤਾਂ ਇਹਦੇ ਵਿੱਚ 500 ਤੋਂ ਲੈ ਕੇ 600 ਘੰਟਿਆਂ ਦੇ ਵਿਚਕਾਰ ਜੀਵਨ ਕਾਲ ਵਾਲੇ ਕਿੰਨੇ ਲੈਂਪ ਹਨ, ਸਾਡੇ 60 ਹਨ।
600 ਤੋਂ ਲੈ ਕੇ 700 ਤੱਕ ਸਾਡੇ 86 ਹਨ। 700 ਤੋਂ ਲੈ ਕੇ 800 ਤੱਕ 74 ਹਨ। 800 ਤੋਂ ਲੈ ਕੇ 900 ਘੰਟਿਆਂ ਦੇ ਵਿਚਕਾਰ ਜਿਨ੍ਹਾਂ ਦਾ ਜੀਵਨ ਕਾਲ ਹੈ ਉਹ ਕਿੰਨੇ ਹਨ? 62 ਹਨ। 900 ਤੋਂ ਲੈ ਕੇ 1000 ਤੱਕ ਜਿਨ੍ਹਾਂ ਦਾ ਜੀਵਨ ਕਾਲ ਹੈ ਉਹ ਕਿੰਨੇ ਲੈਂਪ ਹਨ? ਸਾਡੇ 48 ਲੈਂਪ ਹਨ। ਹੁਣ ਸਾਨੂੰ ਇਹ ਵੀ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਉਹ ਲੈਂਪ ਜਿਨ੍ਹਾਂ ਦਾ ਜੀਵਨ ਕਾਲ 700 ਘੰਟਿਆਂ ਤੋਂ ਜ਼ਿਆਦਾ ਹੈ ਉਹ ਕਿੰਨੇ ਹਨ? ਤਾਂ 700 ਘੰਟਿਆਂ ਤੋਂ ਜ਼ਿਆਦਾ ਵਾਲੇ ਅਗਰ ਅਸੀਂ ਦੇਖੀਏ ਤਾਂ ਸਾਡੇ ਕਿੰਨੇ ਲੈਂਪ ਹਨ? 14 + 62 + 48। ਇਹਨਾਂ ਨੂੰ ਪਲੱਸ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਜਿਹੜੇ ਉਹ ਲੈਂਪ ਜਿਨ੍ਹਾਂ ਦਾ ਜੀਵਨ ਕਾਲ ਸਾਡਾ 700 ਘੰਟਿਆਂ ਤੋਂ ਜ਼ਿਆਦਾ ਹੈ ਉਹ ਕਿੰਨੇ ਹਨ? ਤਾਂ ਅਸੀਂ ਉਹਦੇ ਤੋਂ ਦੱਸ ਸਕਦੇ ਹਾਂ। ਤਾਂ ਕਿੰਨੇ ਹਨ? ਸਾਡੇ 184, ਯਾਨੀ ਕਿ 184 ਲੈਂਪ ਉਹ ਹਨ ਜਿਨ੍ਹਾਂ ਦਾ ਜੀਵਨ ਕਾਲ 700 ਘੰਟਿਆਂ ਤੋਂ ਕੀ ਹੈ? ਜ਼ਿਆਦਾ ਹੈ। ਬਰਮਵਾਰਤਾ ਬਹੁਭੁਜ। ਬਰਮਵਾਰਤਾ ਬਹੁਭੁਜ ਕੀ ਹੁੰਦੀ ਹੈ? ਬਰਮਵਾਰਤਾ ਬਹੁਭੁਜ ਬਣਾਉਣ ਦੇ ਲਈ ਸਾਨੂੰ ਵਰਗ ਅੰਤਰਾਲਾਂ ਦੇ ਮੱਧ ਬਿੰਦੂਆਂ ਦੀ ਲੋੜ ਹੁੰਦੀ ਹੈ। ਵਰਗ ਅੰਤਰਾਲਾਂ ਦੇ ਇਹਨਾਂ ਮੱਧ ਬਿੰਦੂਆਂ ਨੂੰ ਵਰਗ ਚਿੰਨ੍ਹ ਕਿਹਾ ਜਾਂਦਾ ਹੈ। ਬੱਚਿਓ ਵਰਗ ਚਿੰਨ੍ਹ ਯਾਦ ਰੱਖਣਾ ਤੁਸੀਂ। ਜਿਵੇਂ ਮੇਰੇ ਕੋਲ ਜਿਹੜਾ ਹੈ ਕੋਈ ਵੀ ਇੰਟਰਵਲ ਮੰਨ ਲਓ 120 ਤੋਂ ਲੈ ਕੇ 160 ਹੈ। ਜੇ ਮੰਨ ਲਓ ਮੈਂ ਇਸ ਦਾ ਵਰਗ ਚਿੰਨ੍ਹ ਕੱਢਣਾ ਹੈ ਤਾਂ ਇਹਦਾ ਵਰਗ ਚਿੰਨ੍ਹ ਕਿਵੇਂ ਅਸੀਂ ਕੱਢ ਸਕਦੇ ਹਾਂ? 120 + 160 / 2। ਤਾਂ ਅਗਰ ਅਸੀਂ ਇਹ ਦੇਖੀਏ ਤਾਂ ਸਾਡਾ ਜਿਹੜਾ ਵਰਗ ਚਿੰਨ੍ਹ ਹੈ ਉਹ ਕਿੰਨਾ ਆਏਗਾ? 140। ਯਾਨੀ ਕਿ ਅਗਰ ਅਸੀਂ ਨੇ ਕਿਸੇ ਦਾ ਵੀ ਵਰਗ ਅੰਤਰਾਲ ਦਾ ਵਰਗ ਚਿੰਨ੍ਹ ਪਤਾ ਕਰਨਾ ਹੈ ਤਾਂ ਉਸ ਦੀ ਹੇਠਲੀ ਸੀਮਾ ਤੇ ਉੱਪਰਲੀ ਸੀਮਾ ਉਹਨਾਂ ਦੋਨਾਂ ਨੂੰ ਅਸੀਂ ਕੀ ਕਰਨਾ ਹੈ? ਐਡ ਕਰਨਾ ਹੈ ਤੇ ਉਹਨਾਂ ਦਾ ਕੀ ਕਰਨਾ ਹੈ? ਅਸੀਂ ਮੱਧ ਬਿੰਦੂ ਯਾਨੀ ਕਿ ਉਹਨਾਂ ਦਾ ਕੀ ਲੈਣਾ ਹੈ? ਮੀਨ ਲੈਣਾ ਹੈ। ਜਿਵੇਂ ਸਾਡੇ ਕੋਲ ਪ੍ਰਸ਼ਨ ਹੈ ਕਿ ਇੱਕ ਪੌਦੇ ਦੀਆਂ 40 ਪੱਤੀਆਂ ਦੀ ਜਿਹੜੀ ਲੰਬਾਈ ਹੈ 1 ਮਿਲੀਮੀਟਰ ਤੱਕ ਸਹੀ ਮਾਪੀਆਂ ਗਈਆਂ ਹਨ ਅਤੇ ਪ੍ਰਾਪਤ ਅੰਕੜਿਆਂ ਨੂੰ ਨਿਮਨ ਲਿਖਤ ਸਾਰਣੀ ਵਿੱਚ ਨਿਰੂਪਿਤ ਕੀਤਾ ਗਿਆ ਹੈ। ਸਾਨੂੰ ਲੰਬਾਈ ਮਿਲੀਮੀਟਰ ਵਿੱਚ ਦਿੱਤੀ ਗਈ ਹੈ ਵੀ ਉਹ ਪੱਤੇ ਜਿਨ੍ਹਾਂ ਦੀ ਲੰਬਾਈ 118 ਤੋਂ ਲੈ ਕੇ 126 ਮਿਲੀਮੀਟਰ ਦੇ ਵਿੱਚ ਹੈ ਉਹ ਕਿੰਨੇ ਹਨ? 14 ਪੱਤੇ ਹਨ। ਉਹ ਪੱਤੇ ਜਿਨ੍ਹਾਂ ਦੀ ਜਿਹੜੀ ਲੰਬਾਈ ਹੈ 127 ਤੋਂ ਲੈ ਕੇ 135 ਦੇ ਵਿਚਕਾਰ ਹੈ ਉਹ ਕਿੰਨੇ ਹਨ? 56 ਪੱਤੇ ਹਨ। ਉਹ ਪੱਤੇ ਜਿਨ੍ਹਾਂ ਦੀ ਜਿਹੜੀ ਲੰਬਾਈ ਹੈ 136 ਤੋਂ ਲੈ ਕੇ 144 ਤੱਕ ਹੈ ਉਹ ਕਿੰਨੇ ਹਨ? 60 ਹਨ। ਬੱਚਿਓ ਅਗਰ ਤੁਸੀਂ ਇਹਨੂੰ ਦੇਖੋ ਤਾਂ ਵਰਗ ਅੰਤਰਾਲ ਦੇ ਵਿੱਚ ਤੁਹਾਨੂੰ ਕੀ ਫਰਕ ਲੱਗ ਰਿਹਾ ਹੈ? ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗ ਰਿਹਾ ਵੀ ਇਹ ਜਿਹੜੇ ਵਰਗ ਅੰਤਰਾਲ ਹਨ ਇਹ ਕੰਟੀਨਿਊਸ ਨਹੀਂ ਹਨ, ਇਹ ਲਗਾਤਾਰ ਨਹੀਂ ਹਨ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਪਏਗਾ? ਇਹਨਾਂ ਵਰਗ ਅੰਤਰਾਲਾਂ ਨੂੰ ਲਗਾਤਾਰ ਕਰਨਾ ਪਏਗਾ। ਇਸ ਦੇ ਲਈ ਅਸੀਂ ਕੀ ਕਰਦੇ ਹਾਂ ਕਿ ਵਰਗ ਅੰਤਰਾਲ ਦੀ ਜਿਹੜੀ ਹੇਠਲੀ ਸੀਮਾ ਹੈ ਉਹਨੂੰ ਅਸੀਂ 0.5 ਡਿਕਰੀਜ਼ ਕਰਦੇ ਹਾਂ, ਘਟਾ ਦਿੰਦੇ ਹਾਂ ਤੇ ਜਿਹੜੀ ਉੱਪਰਲੀ ਸੀਮਾ ਹੈ ਉਸ ਨੂੰ ਕੀ ਕਰਦੇ ਹਾਂ? ਅਸੀਂ 0.5 ਵਧਾ ਦਿੰਦੇ ਹਾਂ। ਜੇਕਰ ਅਸੀਂ ਇਹਨੂੰ ਵਧਾਈਏ ਤਾਂ ਅਸੀਂ ਦੇਖਾਂਗੇ ਸਾਡੀ ਜਿਹੜੀ ਵਰਗ ਅੰਤਰਾਲ ਹੈ ਪਹਿਲਾਂ ਸਾਡਾ 118 ਸੀ, 118 ਵਿੱਚੋਂ ਅਸੀਂ ਅਗਰ 0.5 ਘਟਾਉਂਦੇ ਹਾਂ ਤਾਂ ਸਾਡੀ ਹੇਠਲੀ ਸੀਮਾ ਕੀ ਹੋਗੀ? 117.5। ਉੱਪਰਲੀ ਸੀਮਾ ਸਾਡੀ 126 ਸੀ, ਉਸ ਦੇ ਵਿੱਚ ਅਸੀਂ 0.5 ਇਨਕਰੀਜ਼ ਕੀਤੀ ਤਾਂ ਕਿੰਨੀ ਹੋਗੀ? 126.5। ਇੱਦਾਂ ਹੀ ਅਗਰ ਅਸੀਂ ਦੇਖੀਏ ਤਾਂ ਸਾਡੀ 127 ਸੀ, 127 ਵਿੱਚੋਂ ਅਗਰ ਅਸੀਂ 0.5 ਘਟਾਉਂਦੇ ਹਾਂ ਤਾਂ ਉਹ ਕਿੰਨੀ ਹੋਗੀ? 126। ਤਾਂ ਅਗਰ ਹੁਣ ਤੁਸੀਂ ਦੇਖੋਗੇ ਤਾਂ ਇਹ ਵਰਗ ਅੰਤਰਾਲ ਸਾਡੇ ਹੁਣ ਕੀ ਹਨ? ਲਗਾਤਾਰ ਹਨ। ਉਸ ਤੋਂ ਬਾਅਦ ਅਸੀਂ ਵਰਗ ਚਿੰਨ੍ਹ ਕੱਢਦੇ ਹਾਂ। ਵਰਗ ਚਿੰਨ੍ਹ ਅਸੀਂ ਕੀਤਾ ਸੀ ਕਿ ਅਸੀਂ ਕੀ ਕਰਨਾ? ਹੇਠਲੀ ਸੀਮਾ ਵਰਗ ਅੰਤਰਾਲ ਦੀ ਪਲੱਸ ਉੱਪਰਲੀ ਸੀਮਾ ਉਹਨਾਂ ਦੋਨਾਂ ਨੂੰ ਜੋੜ ਕੇ ਉਹਨਾਂ ਦਾ ਕੀ ਲੈਣਾ ਹੈ? ਅਸੀਂ ਮੱਧ ਬਿੰਦੂ ਲੈਣਾ ਹੈ। ਮੱਧ ਬਿੰਦੂ ਲਈ ਅਸੀਂ ਹੇਠਲੀ ਸੀਮਾ ਤੇ ਉੱਪਰਲੀ ਸੀਮਾ ਨੂੰ ਜੋੜ ਕੇ 2 ਨਾਲ ਅਸੀਂ ਉਹਨੂੰ ਡਿਵਾਈਡ ਤਕਸੀਮ ਕਰਾ ਦਿੰਦੇ ਹਾਂ। ਤਾਂ ਸਾਡਾ ਜਿਹੜਾ ਵਰਗ ਚਿੰਨ੍ਹ ਹੈ ਉਹ ਕਿੰਨਾ ਆ ਗਿਆ? 122। ਅਗਲਾ 131, 140, 149, 158, 167 ਤੇ 176। ਤੇ ਇਹ ਸਾਡੇ ਪੱਤਿਆਂ ਦੀ ਸੰਖਿਆ ਹੈ ਵੀ ਉਹ ਪੱਤੇ ਜਿਨ੍ਹਾਂ ਦਾ ਜਿਹੜੀ ਲੰਬਾਈ ਹੈ ਮਿਲੀਮੀਟਰਾਂ 'ਚ 117.5 ਤੋਂ ਲੈ ਕੇ 126.5 ਤੱਕ ਹੈ ਉਹ ਕਿੰਨੀ ਹੈ? 14 ਹੈ। ਆਓ ਹੁਣ ਅਸੀਂ ਇਹਦਾ ਬਰਮਵਾਰਤਾ ਬਹੁਭੁਜ ਬਣਾਉਂਦੇ ਹਾਂ। ਇਸ ਦੇ ਲਈ ਅਸੀਂ ਕੀਤਾ ਪੈਮਾਨਾ y ਧੁਰੇ ਤੇ 1 ਸੈਂਟੀਮੀਟਰ ਹੈ ਜਿਹੜਾ ਉਹ 10 ਪੱਤੀਆਂ ਨੂੰ ਹੈ ਜਿਹੜਾ 20 ਪੱਤੀਆਂ ਨੂੰ ਹੈ ਜਿਹੜਾ ਉਹ ਦਰਸਾ ਰਿਹਾ ਹੈ। ਜੇਕਰ ਅਸੀਂ ਉਰੇ ਬਣਾਈਏ ਤਾਂ 122। ਹੁਣ 122 ਕੀ ਸੀ ਸਾਡਾ? 117.5 ਤੇ 126.5 ਦਾ ਵਰਗ ਚਿੰਨ੍ਹ ਸੀ। ਇਹਦੇ ਵਿੱਚ ਪੱਤਿਆਂ ਦੀ ਸੰਖਿਆ ਕਿੰਨੀ ਸੀ ਸਾਡੇ ਕੋਲ? 14। ਜੇਕਰ ਅਸੀਂ ਦੇਖੀਏ ਕਿ 131 ਵਿੱਚ ਸਾਡੀ ਪੱਤਿਆਂ ਦੀ ਸੰਖਿਆ ਕਿੰਨੀ ਸੀ? 56 ਸੀ। ਤਾਂ ਅਸੀਂ ਉਹਦੇ ਕਿੰਨਾ ਲਿਆ? 56 ਲਿਆ ਹੈ। ਉਸ ਤੋਂ ਬਾਅਦ ਸਾਡੇ ਕੋਲ 140 ਤੇ ਕਿੰਨੀ ਸੀਗੀ? 60 ਸੀ। ਤਾਂ 140 ਤੇ ਅਸੀਂ ਕਿੰਨਾ ਲਿਆ? 60 ਲਿਆ।
149 ਤੇ ਸਾਡੇ ਕਿੰਨੀ ਸੀਗੀ 86, ਤਾਂ ਅਸੀਂ ਕੀ ਕੀਤਾ ਉਰੇ 86 ਲਿਆ ਹੈ। ਉਸ ਤੋਂ ਬਾਅਦ 158 ਸੇ ਸਾਡੇ ਕਿੰਨੀ ਸੀ 74, ਤਾਂ ਅਸੀਂ ਉਰੇ ਕਿੰਨਾ ਲਿਆ ਹੈ 74। ਤੇ ਅਗਰ ਅਸੀਂ ਦੇਖੀਏ ਕਿ 167 ਤੇ ਸਾਡੀ ਕਿੰਨੀ ਸੀਗੀ 62 ਤੇ 176 ਤੇ ਸਾਡੀ ਕਿੰਨੀ ਸੀ 48। ਤਾਂ ਇਹ ਸਾਡੀ ਜਿਹੜੀ ਬਣੀ ਹੈ ਇਹ ਕੀ ਹੈ ਬਰਮਬਾਰਤਾ ਬਹੁਭੁਜ ਹੈ। ਜਿਵੇਂ ਅਗਲਾ ਪ੍ਰਸ਼ਨ ਹੈ ਸਾਡਾ, ਨਿਮਨ ਲਿਖਿਤ ਦੋ ਸਾਰਨੀਆਂ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਅਨੁਸਾਰ ਦੋ ਸੈਕਸ਼ਨਾਂ ਦੇ ਵਿਦਿਆਰਥੀਆਂ ਦੀ ਜਿਹੜੀ ਵੰਡ ਹੈ ਉਹ ਕੀਤੀ ਗਈ ਹੈ। ਸਾਡੇ ਕੋਲ ਸੈਕਸ਼ਨ A ਹੈ ਜਿਸ ਦੇ ਵਿੱਚ ਉਹ ਵਿਦਿਆਰਥੀ ਜਿਨ੍ਹਾਂ ਦੇ ਅੰਕ 0 ਤੋਂ ਲੈ ਕੇ 10 ਦੇ ਵਿਚਕਾਰ ਸਨ ਉਹ ਕਿੰਨੇ ਸਨ 3 ਵਿਦਿਆਰਥੀ ਸਨ। ਉਹ ਵਿਦਿਆਰਥੀ ਜਿਨ੍ਹਾਂ ਦੇ ਅੰਕ 10 ਤੋਂ ਲੈ ਕੇ 20 ਦੇ ਵਿੱਚ ਹਨ ਉਹ 9 ਵਿਦਿਆਰਥੀ ਹਨ। 20 ਤੋਂ ਲੈ ਕੇ 30 ਤੱਕ 17 ਤੇ ਉਹ ਵਿਦਿਆਰਥੀ ਜਿਨ੍ਹਾਂ ਦੇ ਅੰਕ 30 ਤੋਂ ਲੈ ਕੇ 40 ਤੱਕ ਸਨ ਉਹ ਕਿੰਨੇ ਸਨ 12 ਤੇ 40 ਤੋਂ ਲੈ ਕੇ 50 ਤੱਕ ਕਿੰਨੇ ਸਨ 9। ਇਦਾਂ ਹੀ ਸਾਡੇ ਕੋਲ B ਸੈਕਸ਼ਨ ਦੇ ਵੀ ਵਿਦਿਆਰਥੀ ਦਿੱਤੇ ਗਏ ਹਨ। ਇਹਨਾਂ ਦੋਨੇ ਬਰਮਬਾਰਤਾ ਬਹੁਭੁਜ ਦੀ ਸਹਾਇਤਾ ਨਾਲ ਅਸੀਂ ਇਹਨਾਂ ਦੋਨੇ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦੀ ਕੀ ਕਰਨਾ ਹੈ ਨਿਰੂਪਣ ਕਰਨਾ ਹੈ ਤੇ ਦੋਨਾਂ ਨੂੰ ਅਧਿਐਨ ਕਰਨਾ ਹੈ। ਉਹਨਾਂ ਦੇ ਪ੍ਰਦਰਸ਼ਨਾਂ ਦੀ ਜਿਹੜੀ ਹੈਗੀ ਹੈ ਵੀ ਕਿਸ ਦੇ ਜਿਹੜੇ ਲਗਾਤਾਰ ਸਨ ਅੰਕ ਵਧੀਆ ਸਨ ਉਹ ਅਸੀਂ ਡਿਸਕਸ ਕਰਨੇ ਹਨ। ਤਾਂ ਇਸ ਦੇ ਲਈ ਕੀ ਕਰਾਂਗੇ ਅਸੀਂ ਫਿਰ ਅਸੀਂ ਪੈਮਾਨਾ ਲੈਤਾ ਹੈ x ਧੁਰੇ ਤੇ 1 ਸੈਂਟੀਮੀਟਰ 10 ਅੰਕ ਨੂੰ ਦਰਸਾ ਰਿਹਾ ਹੈ ਤੇ y ਧੁਰੇ ਤੇ 1 ਸੈਂਟੀਮੀਟਰ 2 ਵਿਦਿਆਰਥੀਆਂ ਨੂੰ। ਹੁਣ ਅਸੀਂ ਕੀ ਲੈਣਾ ਹੈ ਇਹਨਾਂ ਦੇ, ਹਾਂਜੀ ਵਿਦਿਆਰਥੀਓ ਅਸੀਂ ਮੱਧ ਬਿੰਦੂ ਯਾਨੀ ਕਿ ਇਹਨਾਂ ਦਾ ਕੀ ਲੈਣਾ ਹੈ ਅਸੀਂ ਮੱਧ ਬਿੰਦੂ 0 ਅਤੇ 10 ਦਾ ਕੀ ਲਾਵਾਂਗੇ ਅਸੀਂ 5। 10 ਜਮਾ 20 ਕਿੰਨਾ ਹੋ ਗਿਆ 30 ਦੇ 15 ਤੇ 25। 25 ਤੋਂ ਬਾਅਦ ਸਾਡਾ ਕਿੰਨਾ ਆ ਜਾਏਗਾ 35। 35 ਤੋਂ ਬਾਅਦ 45। ਤਾਂ ਅਗਰ ਅਸੀਂ ਬਰਮਬਾਰਤਾ ਬਹੁਭੁਜ ਬਣਾਉਣੀ ਹੈ ਤੇ 5 ਤੇ ਇਹਦੇ ਵਿੱਚ ਅਸੀਂ ਦੋ ਸੈਕਸ਼ਨ ਯੂਜ਼ ਕਰ ਰਹੇ ਹਾਂ A ਸੈਕਸ਼ਨ ਤੇ B ਸੈਕਸ਼ਨ। ਜਿਹੜਾ ਸਾਡੇ ਕੋਲ ਫਰਸਟ ਲਾਈਨ ਹੈ ਉਹ ਕਿਸ ਨੂੰ ਸ਼ੋ ਕਰ ਰਹੀ ਹੈ A ਨੂੰ ਤੇ ਜਿਹੜੀ ਰੈੱਡ ਲਾਈਨ ਹੈ ਉਹ ਕਿਸ ਨੂੰ ਸ਼ੋ ਕਰ ਰਹੀ ਹੈ B ਸੈਕਸ਼ਨ ਨੂੰ। ਅਗਰ ਅਸੀਂ ਇਹਨਾਂ ਦੇ ਅੰਕਾਂ ਨੂੰ ਨਿਰੂਪਣ ਕਰੀਏ ਤਾਂ ਅਸੀਂ ਇਸ ਦੇ ਬਰਮਬਾਰਤਾ ਬਹੁਭੁਜ ਤੋਂ ਦੇਖ ਕੇ ਦੱਸ ਸਕਦੇ ਹਾਂ ਕਿ ਕਿਹੜੇ ਸੈਕਸ਼ਨ ਦੀ ਜਿਹੜੀ ਪਰਫਾਰਮੈਂਸ ਹੈ ਉਹ ਵਧੀਆ ਹੈ ਲਗਾਤਾਰ ਸੀ ਤੇ ਕਿਸ ਦੀ ਘੱਟ ਹੈ। ਸਾਡਾ ਅਗਲਾ ਟੌਪਿਕ ਹੈ ਕੇਂਦਰ ਪ੍ਰਵਿਰਤੀ ਦੇ ਮਾਪ। ਹੁਣ ਬੱਚਿਓ ਸਾਡੇ ਕੋਲ ਇੱਕ ਪ੍ਰਸ਼ਨ ਆਂਦਾ ਹੈ ਕਿ ਅੰਕੜਿਆਂ ਨੂੰ ਅਰਥਪੂਰਨ ਬਣਾਉਣ ਦੇ ਲਈ ਹਮੇਸ਼ਾ ਸਾਰੇ ਅੰਕੜਿਆਂ ਦਾ ਅਧਿਐਨ ਕਰਨ ਦੀ ਲੋੜ ਹੈ। ਮੰਨ ਲਓ ਸਾਡੇ ਕੋਲ ਜਿਹੜੇ ਅੰਕੜੇ ਹਨ ਉਹ ਬਹੁਤ ਜ਼ਿਆਦਾ ਹਨ, ਕੀ ਸਾਨੂੰ ਉਹ ਅੰਕੜਿਆਂ ਨੂੰ ਸਾਰੇ ਅੰਕੜਿਆਂ ਨੂੰ ਦੇਖਣ ਦੀ ਲੋੜ ਹੈ ਜਾਂ ਕਿ ਇਹਨਾਂ ਅੰਕੜਿਆਂ ਦੇ ਸਿਰਫ ਕੁਝ ਪ੍ਰਤੀਨਿਧ ਲੈ ਕੇ, ਜਿਵੇਂ ਅਸੀਂ ਕਹਿੰਦੇ ਆ ਵੀ ਕਲਾਸ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਤਾਂ ਅਸੀਂ ਕਹਿੰਦੇ ਕਲਾਸ ਦਾ ਮੋਨੀਟਰ ਕੌਣ ਹੈ, ਜਿਹੜਾ ਮੋਨੀਟਰ ਹੈ ਉਹ ਪੂਰੀ ਕਲਾਸ ਨੂੰ ਕੀ ਕਰਦਾ ਹੈ ਰਿਪਰੈਜ਼ੈਂਟ ਕਰਦਾ ਹੈ। ਇੱਦਾਂ ਹੀ ਅੰਕੜਿਆਂ ਦੇ ਵਿੱਚ ਕਿਹੜੇ ਇਹ ਜਿਹੇ ਕੇਂਦਰ ਪ੍ਰਵਿਰਤੀ ਦੇ ਮਾਪ ਹਨ ਜਿਹੜੇ ਸਾਰੇ ਅੰਕੜਿਆਂ ਦਾ ਪ੍ਰਤੀਨਿਧ ਕਰਦੇ ਹਨ। ਤਾਂ ਉਹਨਾਂ ਲਈ ਅਸੀਂ ਆਓ ਦੇਖਦੇ ਹਾਂ। ਸਭ ਤੋਂ ਪਹਿਲਾ ਸਾਡਾ ਹੈਗਾ ਮੱਧਮਾਨ। ਮੱਧਮਾਨ ਕੀ ਹੁੰਦਾ ਹੈ? ਪ੍ਰੇਖਣਾਂ ਦਾ ਮੱਧਮਾਨ ਜਾਂ ਔਸਤ ਸਾਰੇ ਪ੍ਰੇਖਣਾਂ ਦੇ ਮੁੱਲਾਂ ਦਾ ਜੋੜਫਲ ਨੂੰ ਪ੍ਰੇਖਣਾਂ ਦੀ ਕੁੱਲ ਗਿਣਤੀ ਨਾਲ ਭਾਗ ਕਰਨ ਤੇ ਪ੍ਰਾਪਤ ਹੁੰਦਾ ਹੈ, ਜਿਸ ਨੂੰ ਅਸੀਂ ਔਸਤ ਵੀ ਕਹਿੰਦੇ ਹਾਂ। ਇਸ ਨੂੰ ਚਿੰਨ੍ਹ x ਬਾਰ, x ਦੇ ਉੱਪਰ ਕੀ ਹੈ ਬਾਰ ਲਗਾਇਆ ਜਾਂਦਾ ਹੈ, ਜਿਸ ਨੂੰ ਅਸੀਂ x ਬਾਰ ਪੜ੍ਹਦੇ ਹਾਂ। ਜਿਵੇਂ ਕਿ ਅਸੀਂ ਲਿਖਣਾ ਹੈ ਪ੍ਰੇਖਣਾਂ ਦਾ ਮੱਧਮਾਨ ਤਾਂ ਕਿਸ ਦੇ ਬਰਾਬਰ ਹੋਏਗਾ ਸਾਰੇ ਪ੍ਰੇਖਣਾਂ ਦਾ ਜੋੜਫਲ ਬਟੇ ਪ੍ਰੇਖਣਾਂ ਦੀ ਕੁੱਲ ਗਿਣਤੀ। ਇਸ ਨੂੰ ਕੀ ਕਹਿੰਦੇ ਹਾਂ ਅਸੀਂ ਪ੍ਰੇਖਣਾਂ ਦਾ ਮੱਧਮਾਨ ਜਾਂ ਔਸਤ। ਇਹ ਬੱਚੇ ਯਾਦ ਰੱਖਣਾ ਹੈ, ਮੱਧਮਾਨ ਜਾਂ ਔਸਤ ਅਗਰ ਤੁਹਾਨੂੰ ਪੁੱਛਦਾ ਹੈ ਦੋਨੋਂ ਇੱਕ ਹੀ ਚੀਜ਼ ਹਨ। ਦੋਨਾਂ ਨੂੰ ਅਗਰ ਅਸੀਂ ਪਤਾ ਕਰਨਾ ਹੈ ਤਾਂ ਉਹਨਾਂ ਦਾ ਫਾਰਮੂਲਾ ਕੀ ਹੈ ਸਾਰੇ ਪ੍ਰੇਖਣਾਂ ਦਾ ਜੋੜਫਲ ਬਟੇ ਪ੍ਰੇਖਣਾਂ ਦੀ ਕੁੱਲ ਗਿਣਤੀ। ਜਿਵੇਂ ਮੇਰੇ ਕੋਲ ਪ੍ਰਸ਼ਨ ਹੈ ਕਿ 5 ਆਦਮੀਆਂ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੇ ਬਰਾਦਰੀ ਦੇ ਸਮਾਜਿਕ ਕਾਰਜਾਂ ਦੇ ਲਈ ਉਹ ਇੱਕ ਹਫ਼ਤੇ ਵਿੱਚ ਕਿੰਨਾ ਸਮਾਂ ਹੈ ਜਿਹੜਾ ਉਹ ਦਿੰਦੇ ਹਨ। ਤਾਂ ਪਹਿਲੇ ਵਿਅਕਤੀ ਹੈ ਜਿਹੜਾ ਆਦਮੀ ਹੈ ਉਹ ਕਹਿੰਦਾ ਮੈਂ 10 ਘੰਟੇ ਦੇ ਰਿਹਾ ਹਾਂ, ਦੂਜਾ 7, ਤੀਜਾ 13, ਚੌਥਾ 20 ਤੇ ਪੰਜਵਾਂ ਜਿਹੜਾ ਹੈ ਆਦਮੀ ਉਹ ਕਹਿ ਰਿਹਾ ਹੈ ਵਿਅਕਤੀ ਕਿ ਮੈਂ 15 ਘੰਟੇ ਦਿੰਦਾ ਹਾਂ। ਇੱਕ ਹਫ਼ਤੇ ਵਿੱਚ ਉਹਨਾਂ ਦੁਆਰਾ ਸਮਾਜਿਕ ਕਾਰਜਾਂ ਵਿੱਚ ਲਗਾਏ ਗਏ ਸਮੇਂ ਦਾ ਜਿਹੜਾ ਮੱਧਮਾਨ ਹੈ ਉਹ ਅਸੀਂ ਪਤਾ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ ਅਸੀਂ ਕੀਤਾ ਹੈ ਪ੍ਰੇਖਣਾਂ ਦਾ ਅਗਰ ਅਸੀਂ ਮੱਧਮਾਨ ਪਤਾ ਕਰਨਾ ਹੈ ਤਾਂ ਉਹ ਕਿਸ ਦੇ ਬਰਾਬਰ ਹੁੰਦਾ ਹੈ ਸਾਰੇ ਪ੍ਰੇਖਣਾਂ ਦਾ ਜੋੜਫਲ ਬਟੇ ਪ੍ਰੇਖਣਾਂ ਦੀ ਕੁੱਲ ਗਿਣਤੀ। ਤਾਂ ਆਓ ਅਸੀਂ ਇਸ ਨੂੰ ਹੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪ੍ਰੇਖਣ ਸਾਡੇ ਹਨ 10 ਜਮਾ 7 ਜਮਾ 13 ਜਮਾ 20 ਜਮਾ 15, ਕਿਉਂਕਿ ਅਸੀਂ ਕਿਹਾ ਹੈ
ਸਾਰੇ ਪ੍ਰੇਖਣਾਂ ਦਾ ਜੋੜਫਲ ਬਟੇ ਪ੍ਰੇਖਣਾਂ ਦੀ ਕੁੱਲ ਗਿਣਤੀ ਕਿੰਨੀ ਸੀ ਸਾਡੇ ਕੋਲ 5। ਜੇਕਰ ਅਸੀਂ ਇਹਨਾਂ ਸਾਰਿਆਂ ਨੂੰ ਐਡ ਕਰੀਏ ਤਾਂ ਸਾਡੇ ਕੋਲ ਕਿੰਨਾ ਆਉਂਦਾ ਹੈ 65 ਬਟੇ 5 ਤੇ ਸਾਡੇ ਕੋਲ ਕਿੰਨਾ ਆ ਗਿਆ 13। यानी कि इन्हां जिहड़ा आंकड़े हन इन्हां दा जिहड़ा मध्यमान है जां औसत है वो कितनी है 13। हुण प्यारे विद्यार्थियों तुसीं हमेशा ये याद रखना है कि अगर असीं प्रेखणां दा मध्यमान जां औसत पता करनी है तो असीं सारे प्रेखणां दा की पता करना है जोड़फल बटे की करना है प्रेखणां दी कुल गिनती करनी है। साडा अगला केंद्री प्रवृत्ति दा माप है मध्यिका। मध्यिका दिते हुए प्रेखणां विच वो मुल हुंदा है ਜਿਹੜਾ ਇਹਨਾਂ ਨੂੰ ठीक ठीक दो भागां 'ਚ ਬਣਦਾ ਹੈ। ਇਹਨਾਂ ਅੰਕੜਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਚੜ੍ਹਦੇ ਜਾਂ ਘਟਦੇ ਕ੍ਰਮ ਵਿੱਚ ਲਿਖਦੇ ਹਾਂ। ਯਾਨੀ ਕਿ ਜਦੋਂ ਅਸੀਂ ਮੱਧਿਕਾ ਪਤਾ ਕਰਨੀ ਹੈ ਤਾਂ ਅਸੀਂ ਕੀ ਕਰਨਾ ਹੈ ਦਿੱਤੇ ਹੋਏ ਅੰਕੜਿਆਂ ਨੂੰ ਜਾਂ ਤਾਂ ਪਹਿਲਾਂ बढ़ਦੇ ਚੜ੍ਹਦੇ ਕ੍ਰਮ ਵਿੱਚ ਲਿਖਣਾ ਹੈ ਜਾਂ ਘਟਦੇ ਕ੍ਰਮ ਵਿੱਚ ਲਿਖਣਾ ਹੈ। ਫਿਰ ਉਹਦਾ ਜਿਹੜਾ ਮੱਧ ਹੋਊਗਾ ਉਸ ਮੱਧ ਨੂੰ ਅਸੀਂ ਕੀ ਬੋਲਦੇ ਹਾਂ ਮੱਧਿਕਾ ਬੋਲਦੇ ਹਾਂ। ਤਾਂ ਸਾਡੇ ਕੋਲ ਜਿਹੜੇ ਅੰਕੜੇ ਹਨ ਉਹ ਦੋ ਤਰ੍ਹਾਂ ਦੇ ਹੋ ਸਕਦੇ ਹਨ। मान लो साडे कोल जिहड़े प्रेखणां दी संख्या है वो टांक होवे, जेकर साडे कोल प्रेखणां दी गिनती है जिहड़ी वो टांक होवे तां उहनां दी जिहड़ी मध्यिका है वो किहड़ा प्रेखण होएगा n/1/2। जिवें कि नीचे साडे कोल कुछ विद्यार्थियों की जिहड़ी है लंबाई दिखाई गई है। जेकर मैं इन्हां लंबाई दी देखना है भी विद्यार्थियों की लंबाई दी मध्यिका पता करनी है तो किहड़े विद्यार्थी की लंबाई होवेगी तो मेरे कोल उरे कुल विद्यार्थी किन्ने हन 13। तो 13/1/2 यानी कि साडे कोल किन्ना आ गया 7। यानी कि जिहड़ा 7वां विद्यार्थी है 1 2 3 4 5 6 7 ये जिहड़ा 7वां विद्यार्थी है इसकी जिहड़ी हाइट है वो साडी की है मध्यिका है। तुसीं उरे देख सकते हो कि ये सेंटर है इस तो 1 2 3 4 5 6 ये इस साइड भी साडे कोल किन्ने हन 5 विद्यार्थी हन 1 2 3 4 5 इस साइड 6 हैं तो इस साइड भी साडे कोल कुल विद्यार्थी किन्ने हैं 6। यानी कि ये जिहड़ा विद्यार्थी है ये की कर रहा है दोने आंकड़ियां नूं की कर रहा है साडे कोल मध्य दे विच है दो बराबर भागां दे विच वंड रहा है। साडा जिवें कि साडे कोल एक जमात दे विच 9 विद्यार्थी हैं उन्हां दी जिहड़ी लंबाई है सानू सेंटीमीटरां दे विच दित्ती गई है। इन्हां आंकड़ियां दी असीं मध्यिका है जिहड़ी वो पता करनी है। तो इन्हां दी मध्यिका पता करन दे लई सब तो पहला असीं की करांगे आंकड़ियां नूं वाधे क्रम विच लिखांगे। वाधे क्रम मतलब चढ़दे क्रम विच लिखांगे। तो आओ असीं लिखदे हां सब तो पहला असीं आंकड़ियां नूं वाधे क्रम विच लिखदे हां। सब तो छोटी रकम साडे कोल किन्नी सी 144 फिर 145 सी फिर 147 फिर साडे कोल 148 है 149 है 150 है 152 है 155 है तो साडे कोल किन्नी है 160 है। हुण साडे कोल कुल आंकड़े किन्ने हन 9 हन। तो अगर असीं इहदी दी मध्यिका पता करनी है तो किहड़ा प्रेखण होएगा 9/1/2 यानी कि 10/2 यानी कि 5वां। अगर असीं देखिए तो 1 2 3 4 5 जिहड़ा 149 है वो की है इन्हां आंकड़ियां दी मध्यिका है। तुसीं देख सकते हो कि इहदे इस साइड भी साडे कोल किन्ने आंकड़े हन 4 ते इस साइड भी किन्ने आंकड़े हन 4। यानी कि जिहड़ी मध्यिका है वो आंकड़ियां नूं की करदी है दो बराबर भागां दे विच वंडदी है। जदों प्रेखणां दी संख्या जिस्त होवे हुण इह वी हो सकदा है साडे कोल जिहड़े प्रेखण दित्ते होए हन उहनां दी जिहड़ी संख्या है वो जिस्त हो सकदी है। तो उहनां दी जिहड़ी मध्यिका है वो की होएगी n/2 ते n/1/2 में जिहड़ा प्रेखण है इन्हां दा मध्यमान जां औसत होवेगी। जिवें कि असीं देखिए कि और साडे कोल किन्ने विद्यार्थी दिते गए हैं 16 विद्यार्थी हैं जिहड़े वो दिते गए हैं। तो 16/2 यानी कि 8वां प्रेखण साडा ते 9वां प्रेखण यानी कि 8वां ते 9वें प्रेखण दे मध्यमान जिहड़ा होवेगा वो साडी की होवेगी मध्यिका होवेगी। जिवें कि साडे कोल प्रश्न है भी कबड्डी दी एक टीम द्वारा अनेकां मैचां विच प्राप्त किए गए अंक दिते गए हैं। टीम द्वारा प्राप्त किए गए अंकों की जिहड़ी मध्यिका है वो पता करनी है। सब तो पहला असीं फिर की करते हाँ कि इन्हां आंकड़ियां नूं चढ़दे क्रम विच लिखदे हाँ। चढ़दे क्रम विच लिखण तो बाद असीं देखदे हां कि साडे कोल कुल आंकड़े किन्ने हन। तो अगर असीं काउंट करिए तो 1 2 3 4 5 6 7 8 9 10
11 12 13 14 15 16 ਸਾਡੇ ਕੋਲ ਜਿਹੜੇ ਕੁੱਲ ਅੰਕੜੇ ਹਨ ਉਹ 16 ਹਨ, ਯਾਨੀ ਕਿ ਸਾਡੇ ਕੋਲ ਕਿੰਨੇ ਹਨ ਜਿਸਤ ਹਨ ਤਾਂ 16/2 ਯਾਨੀ ਕਿ 8ਵਾਂ ਤੇ 16/2 ਜਮਾ 1 ਯਾਨੀ ਕਿ 9ਵਾਂ ਪ੍ਰੇਖਣ। ਤਾਂ 1 2 3 4 5 6 7 8 ਤੇ 9 ਤਾਂ ਇਹਨਾਂ ਦੀ ਜਿਹੜੀ ਮੱਧਿਕਾ ਹੈ ਉਹ ਕੀ ਹੋਵੇਗੀ 10 ਯਾਨੀ ਕਿ 8ਵਾਂ ਪ੍ਰੇਖਣ ਜਮਾ 9ਵੇਂ ਪ੍ਰੇਖਣ ਦਾ ਮੁੱਲ ਬਟੇ 2, ਕਿਉਂਕਿ ਅਸੀਂ ਕੀ ਕਰਨਾ ਹੈ ਜਿਹੜੇ ਸੈਂਟਰ ਵਾਲੇ ਦੋ ਪ੍ਰੇਖਣ ਸਾਡੇ ਆ ਰਹੇ ਹਨ 8ਵਾਂ ਤੇ 9ਵਾਂ ਉਹਨਾਂ ਦੋਨਾਂ ਦਾ ਕੀ ਲੈਣਾ ਹੈ ਮੱਧਮਾਨ। ਤਾਂ ਅਗਰ ਅਸੀਂ ਇਹਨਾਂ ਦਾ ਮੱਧਮਾਨ ਕੱਢੀਏ ਤਾਂ ਸਾਡਾ ਮੱਧਮਾਨ ਕਿੰਨਾ ਆਉਂਦਾ ਹੈ 12, ਯਾਨੀ ਕਿ ਇਹਨਾਂ ਅੰਕੜਿਆਂ ਦੀ ਜਿਹੜੀ ਮੱਧਿਕਾ ਹੈ ਉਹ ਕਿੰਨੀ ਹੈ ਸਾਡੀ 12 ਹੈ। ਸਾਡਾ ਜਿਹੜਾ ਲਾਸਟ ਕੇਂਦਰੀ ਪ੍ਰਵਿਰਤੀ ਦਾ ਜਿਹੜਾ ਮਾਪ ਹੈ ਉਹ ਕੀ ਹੈ ਬਹੁਲਕ। ਬਹੁਲਕ ਕੀ ਹੁੰਦਾ ਹੈ? ਬਹੁਲਕ ਪ੍ਰੇਖਣ ਦਾ ਉਹ ਮੁੱਲ ਹੁੰਦਾ ਹੈ ਜਿਹੜਾ ਵਾਰ-ਵਾਰ ਆਉਂਦਾ ਹੈ, ਭਾਵ ਕਿ ਜਿਹੜਾ ਅਧਿਕਤਮ ਬਾਰੰਬਾਰਤਾ ਜਿਹੜੀ ਹੋਵੇ ਉਸ ਪ੍ਰੇਖਣ ਨੂੰ ਅਸੀਂ ਕੀ ਬੋਲਦੇ ਹਾਂ ਅੰਕੜਿਆਂ ਦਾ ਬਹੁਲਕ ਬੋਲਦੇ ਹਾਂ। ਜਿਵੇਂ ਕਿ ਮੇਰੇ ਕੋਲ 20 ਵਿਦਿਆਰਥੀਆਂ ਦੁਆਰਾ 10 ਵਿੱਚੋਂ ਪ੍ਰਾਪਤ ਕੀਤੇ ਗਏ ਜਿਹੜੇ ਅੰਕ ਹਨ ਉਹ ਦਿੱਤੇ ਗਏ ਹਨ, ਇਹਨਾਂ ਦਾ ਅਸੀਂ ਬਹੁਲਕ ਪਤਾ ਕਰਨਾ ਹੈ। ਤਾਂ ਬਹੁਲਕ ਪਤਾ ਕਰਨ ਲਈ ਵੀ ਜੇਕਰ ਅਸੀਂ ਅੰਕੜਿਆਂ ਨੂੰ ਚੜ੍ਹਦੇ ਜਾਂ ਘਟਦੇ ਕ੍ਰਮ ਵਿੱਚ ਲਿਖ ਲਈਏ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਅੰਕੜੇ ਹਨ ਉਹਨਾਂ 'ਚ ਕਿਹੜਾ ਅੰਕੜਾ ਹੈ ਜਿਹੜਾ ਸਭ ਤੋਂ ਵੱਧ ਵਾਰ ਆਇਆ ਹੈ। ਤਾਂ ਅਸੀਂ ਦੇਖੀਏ ਤਾਂ ਸਾਡੇ ਕੋਲ ਜਿਹੜਾ 3 ਹੈ ਉਹ 2 ਵਾਰ ਆਇਆ ਹੈ, 4 3 ਵਾਰੀ ਹੈ, 5 2 ਵਾਰੀ ਹੈ, ਅਸੀਂ ਉਰੇ ਲਿਖ ਲੈਂਦੇ ਹਾਂ ਵੀ ਇਹ ਵੀ 2 ਵਾਰ ਹੈ। ਜਿਹੜਾ 6 ਹੈ ਉਹ 3 ਵਾਰੀ ਹੈ, 7 ਵੀ 3 ਵਾਰੀ ਆਇਆ, 9 ਹੈ ਜਿਹੜਾ ਪ੍ਰੇਖਣ ਉਹ 4 ਵਾਰੀ ਆਇਆ ਤੇ 10 2 ਵਾਰੀ। ਤਾਂ ਅਗਰ ਅਸੀਂ ਇਹਦੇ 'ਚ ਦੇਖੀਏ ਕਿ 9 ਹੈ ਜਿਹੜਾ ਉਹ ਸਭ ਤੋਂ ਵੱਧ ਵਾਰ ਯਾਨੀ ਕਿ 4 ਵਾਰੀ ਆਇਆ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਅੰਕੜਿਆਂ ਦਾ ਜਿਹੜਾ ਬਹੁਲਕ ਹੈ ਉਹ ਕਿੰਨਾ ਹੈ ਸਾਡਾ 9 ਹੈ। ਤੁਸੀਂ 4 ਨਹੀਂ ਲਿਖਣਾ, ਤੁਸੀਂ ਕੀ ਦੇਖਣਾ ਹੈ ਉਹ ਪ੍ਰੇਖਣ ਜਿਸ ਦਾ ਜਿਹੜਾ ਮੁੱਲ ਹੈ ਸਭ ਤੋਂ ਵੱਧ ਵਾਰ ਆਇਆ ਹੈ ਉਹ ਸਾਡਾ ਬਹੁਲਕ ਹੋਵੇਗਾ, ਨਾ ਕਿ ਉਹਦੀ ਗਿਣਤੀ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਪ੍ਰੇਖਣਾਂ ਦਾ ਜਿਹੜਾ ਬਹੁਲਕ ਹੈ ਉਹ ਕੀ ਹੋਵੇਗਾ, ਉਹ ਪ੍ਰੇਖਣ ਜਿਹੜਾ ਸਭ ਤੋਂ ਵੱਧ ਵਾਰ ਆ ਰਿਹਾ ਹੈ। ਜਿਵੇਂ ਕਿ ਸਾਡੇ ਕੋਲ ਇੱਕ ਟੀਮ ਦੇ ਨੇ ਫੁੱਟਬਾਲ ਦੇ 10 ਮੈਚਾਂ ਵਿੱਚ ਹੇਠ ਲਿਖੇ ਗੋਲ ਕੀਤੇ ਗਏ ਹਨ। ਇਹਨਾਂ ਗੋਲਾਂ ਦਾ ਅਸੀਂ ਮੱਧਮਾਨ, ਮੱਧਿਕਾ ਤੇ ਬਹੁਲਕ ਹੈ ਜਿਹੜਾ ਉਹ ਪਤਾ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਸਾਨੂੰ ਹੁਣ ਪਤਾ ਹੈ ਅਗਰ ਅਸੀਂ ਮੱਧਮਾਨ ਕੱਢਣਾ ਹੈ ਤਾਂ ਅਸੀਂ ਕੀ ਕਰਾਂਗੇ, ਸਾਰੇ ਪ੍ਰੇਖਣਾਂ ਦਾ ਜੋੜ, ਅਸੀਂ ਸਾਰੇ ਪ੍ਰੇਖਣਾਂ ਨੂੰ ਜੋੜ ਦਿੰਦੇ ਹਾਂ ਬਟੇ ਪ੍ਰੇਖਣਾਂ ਦੀ ਕੁੱਲ ਸੰਖਿਆ। ਕੁੱਲ ਸੰਖਿਆ ਕਿੰਨੀ ਹੈ ਸਾਡੀ 10 ਹੈ। ਜੇਕਰ ਮੈਂ ਇਹਨਾਂ ਦੀ ਮੱਧਿਕਾ ਪਤਾ ਕਰਨੀ ਹੈ ਫਿਰ ਤੁਸੀਂ ਕੀ ਕਰੋਗੇ ਬੱਚਿਓ, ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਾਧੇ ਕ੍ਰਮ ਵਿੱਚ ਲਿਖੋਗੇ। ਆਓ ਇਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਵਾਧੇ ਕ੍ਰਮ 'ਚ ਲਿਖਦੇ ਹਾਂ। ਸਾਡਾ ਸਭ ਤੋਂ ਪਹਿਲਾਂ ਕੀ ਹੈ 0 ਹੈ, ਉਸ ਤੋਂ ਬਾਅਦ 1 ਹੈ, ਫਿਰ ਸਾਡਾ 2 ਹੈ, 3 ਹੈ ਜਿਹੜਾ 1 2 3 4 4 ਵਾਰ 3 ਹੈ ਸਾਡੇ ਕੋਲ। ਅਗਰ ਜਿਹੜਾ ਕੋਈ ਪ੍ਰੇਖਣ ਹੈ ਉਹ ਜ਼ਿਆਦਾ ਵਾਰ ਆਉਂਦਾ ਹੈ ਤਾਂ ਉਹਨੂੰ ਜ਼ਿਆਦਾ ਵਾਰ ਲਿਖ ਲੈਣਾ, ਇਹ ਨਹੀਂ ਵੀ ਉਹਨੂੰ ਇੱਕ ਵਾਰ ਹੀ ਲਿਖਣਾ ਹੈ। ਉਸ ਤੋਂ ਬਾਅਦ ਜਿਹੜਾ 4 ਹੈ ਸਾਡਾ ਉਹ ਕਿੰਨੀ ਵਾਰੀ ਹੈ 2 ਵਾਰੀ ਹੈ। ਉਸ ਤੋਂ ਬਾਅਦ ਜਿਹੜਾ ਲਾਸਟ ਹੈ ਸਾਡੇ ਕੋਲ ਕਿੰਨਾ ਹੈ 5। ਤਾਂ ਅਗਰ ਅਸੀਂ ਦੇਖੀਏ ਤਾਂ 1 2 3 4 5 6 7 8 9 10 ਸਾਡੇ ਪ੍ਰੇਖਣ ਕੀ ਹਨ ਜਿਸਤ ਹਨ। ਤਾਂ ਇਹਨਾਂ ਦਾ ਜਿਹੜਾ ਮੱਧਿਕਾ ਹੈ ਉਹ ਕੀ ਹੋਵੇਗੀ ਸਾਡੇ ਕੋਲ 10/2 ਯਾਨੀ ਕਿ ਸਾਡਾ 5ਵਾਂ ਪ੍ਰੇਖਣ ਜਮਾ 6ਵਾਂ ਪ੍ਰੇਖਣ ਬਟੇ 2 ਯਾਨੀ ਕਿ ਇਹਨਾਂ ਦੀ ਅਸੀਂ ਮੱਧਿਕਾ ਕਹਿ ਸਕਦੇ ਹਾਂ ਕਿੰਨੀ ਹੋਏਗੀ 3 ਜਮਾ 3/2 ਯਾਨੀ ਕਿ ਸਾਡੇ ਕੋਲ ਇਹਨਾਂ ਦੀ ਮੱਧਿਕਾ ਕਿੰਨੀ ਹੈ 3। ਜੇਕਰ ਮੈਂ ਇਹਨਾਂ ਦੇ ਬਹੁਲਕ ਦੀ ਗੱਲ ਕਰਾਂ ਤਾਂ ਅਸੀਂ ਉਰੇ ਦੇਖ ਸਕਦੇ ਹੋ ਕਿ ਇਹਦੇ ਵਿੱਚ ਸਭ ਤੋਂ ਵੱਧ ਵਾਰ ਸਾਡਾ ਕੀ ਆ ਰਿਹਾ ਹੈ 3 ਆ ਰਿਹਾ ਹੈ। ਤਾਂ ਇਹਨਾਂ ਦਾ ਜਿਹੜਾ ਬਹੁਲਕ ਹੈ ਸਾਡਾ 3। ਯਾਨੀ ਕਿ ਤੁਹਾਨੂੰ ਇਹ ਵੀ ਪ੍ਰਸ਼ਨ ਆ ਸਕਦਾ ਹੈ ਕਿ ਕਿਆ ਕਿਸੇ ਆਪਣੇ ਪ੍ਰੇਖਣ ਦੀ ਤਿੰਨੋਂ ਕੇਂਦਰ ਪ੍ਰਵਿਰਤੀ ਦੇ ਮਾਪ ਬਰਾਬਰ ਹੋ ਸਕਦੇ ਹਨ ਜਾਂ ਨਹੀਂ। ਹਾਂ, ਕਈ ਵਾਰ ਹੋ ਵੀ ਸਕਦੇ ਹਨ ਕਿ ਮੱਧਿਕਾ ਬਹੁਲਕ ਹੈ ਜਿਹੜਾ ਸਾਡੀ ਬਰਾਬਰ ਆ ਜਾਵੇ, ਇਹ ਵੀ ਹੋ ਸਕਦਾ ਹੈ ਬਰਾਬਰ ਨਾ ਆਵੇ। ਇਹ ਡਿਪੈਂਡ ਕਰਦਾ ਸਾਡਾ ਜਿਹੜਾ ਡਾਟਾ ਹੈ, ਅੰਕੜੇ ਹਨ ਉਹ ਕਿਹੇ ਜਿਹੇ ਦਿੱਤੇ ਗਏ ਹਨ। ਤਾਂ ਪਿਆਰੇ ਵਿਦਿਆਰਥੀਓ, ਇਸ ਪ੍ਰਸ਼ਨ ਦੇ ਵਿੱਚ ਤੁਹਾਨੂੰ ਤਿੰਨਾਂ ਦੇ ਵਿੱਚ ਜਿਹੜਾ ਹੈ ਫਰਕ ਪਤਾ ਲੱਗ ਗਿਆ ਹੋਵੇਗਾ ਕਿ ਜੇਕਰ ਅਸੀਂ ਮੱਧਮਾਨ ਪਤਾ ਕਰਨਾ ਹੈ ਤਾਂ ਅਸੀਂ ਕੀ ਕਰਨਾ ਹੈ, ਸਾਰੇ ਪ੍ਰੇਖਣਾਂ ਦਾ ਜੋੜ ਬਟੇ ਪ੍ਰੇਖਣਾਂ ਦੀ ਕੁੱਲ ਸੰਖਿਆ। ਜੇਕਰ ਅਸੀਂ ਮੱਧਿਕਾ ਪਤਾ ਕਰਨੀ ਹੈ ਤਾਂ ਅਸੀਂ ਕੀ ਕਰਨਾ ਹੈ, ਪ੍ਰੇਖਣਾਂ ਨੂੰ ਸਭ ਤੋਂ ਪਹਿਲਾਂ ਵਾਧੇ ਕ੍ਰਮ ਦੇ ਵਿੱਚ ਲਿਖਣਾ ਹੈ। ਤੁਸੀਂ ਘਟਦੇ ਕ੍ਰਮ ਦੇ ਵਿੱਚ ਵੀ ਲਿਖ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਦੇਖਣਾ ਹੈ ਕਿ ਜਿਹੜੀ ਸਾਡੇ ਅੰਕੜੇ ਹਨ
ਉਹ ਜਿਸਤ ਹਨ ਜਾਂ ਟਾਂਕ। ਜੇਕਰ ਅੰਕੜੇ ਸਾਡੇ ਜਿਸਤ ਹਨ ਤਾਂ ਅਸੀਂ ਕੀ ਕਰਨਾ ਹੈ ਵੀ ਸੈਂਟਰ ਵਾਲੇ ਜਿਹੜੇ ਦੋ ਆਉਂਦੇ ਹਨ ਸਾਡੇ n/2 ਅਤੇ n/2 ਜਮਾ 1 ਵਾਲਾ ਜਿਹੜਾ ਪ੍ਰੇਖਣ ਹੈ ਉਹਨਾਂ ਦੋਨਾਂ ਦਾ ਅਸੀਂ ਕੀ ਲੈਣਾ ਹੈ, ਮੱਧਮਾਨ ਲੈਣਾ ਹੈ। ਜੇਕਰ ਸਾਡੇ ਜਿਹੜੇ ਪ੍ਰੇਖਣ ਹਨ ਉਹਨਾਂ ਦੀ ਸੰਖਿਆ ਜਿਹੜੀ ਹੈ ਉਹ ਟਾਂਕ ਹੋਵੇ ਤਾਂ ਸਾਡਾ n/1/2 ਵਾਲਾ ਜਿਹੜਾ ਪ੍ਰੇਖਣ ਹੈ ਉਹ ਸਾਡੀ ਮੱਧਿਕਾ ਹੋਵੇਗੀ। ਜੇਕਰ ਅਸੀਂ ਬਹੁਲਕ ਦੀ ਗੱਲ ਕਰੀਏ ਤਾਂ ਬਹੁਲਕ ਸਾਡਾ ਉਹ ਪ੍ਰੇਖਣ ਹੋਵੇਗਾ ਜਿਸ ਦਾ ਜਿਹੜਾ ਕੀ ਹੈ ਸਭ ਤੋਂ ਵੱਧ ਵਾਰ ਰਿਪੀਟ ਹੋ ਰਿਹਾ, ਉਹ ਸਾਡਾ ਕੀ ਹੋਵੇਗਾ, ਬਹੁਲਕ। ਜਿਵੇਂ ਸਾਡਾ ਅਗਲਾ ਪ੍ਰਸ਼ਨ ਹੈ ਕਿ ਇਹ ਲਿਖੇ ਪ੍ਰੇਖਣਾਂ ਨੂੰ ਚੜ੍ਹਦੇ ਕ੍ਰਮ ਵਿੱਚ ਤਰਤੀਬ ਦਿੱਤਾ ਗਿਆ ਹੈ। ਜੇਕਰ ਅੰਕੜਿਆਂ ਦੀ ਜਿਹੜੀ ਮੱਧਿਕਾ ਹੈ ਉਹ 63 ਹੋਵੇ ਤਾਂ x ਦਾ ਜਿਹੜਾ ਮੁੱਲ ਹੈ ਉਹ ਪਤਾ ਕਰਨਾ ਹੈ। ਦੇਖੋ ਬੱਚਿਓ, ਇਹਦੇ ਵਿੱਚ ਜਿਹੜੇ ਕੁੱਲ ਪ੍ਰੇਖਣ ਹਨ ਉਹ ਕਿੰਨੇ ਹਨ, 1 2 3 4 5 6 7 8 9 ਤੇ 10। ਜੇਕਰ ਅਸੀਂ ਇਸ ਦੀ ਮੱਧਿਕਾ ਦੀ ਗੱਲ ਕਰੀਏ, ਸਾਨੂੰ ਹੁਣ ਜਿਹੜੀ ਮੱਧਿਕਾ ਹੈ ਉਹ ਕਿੰਨੀ ਦਿੱਤੀ ਗਈ ਹੈ, 63 ਦਿੱਤੀ ਗਈ ਹੈ। ਪਰ ਇਹ ਅੰਕੜੇ ਕਿੰਨੇ ਹਨ, 10। ਤਾਂ ਸਾਡਾ ਜਿਹੜਾ ਪੰਜਵਾਂ ਤੇ ਛੇਵਾਂ ਪ੍ਰੇਖਣ ਹੈ ਉਹਨਾਂ ਦੋਨਾਂ ਨੂੰ ਅਗਰ ਅਸੀਂ ਜੋੜੀਏ ਤੇ ਬਟੇ 2 ਕਰੀਏ ਤਾਂ ਉਹ ਕਿਸ ਦੇ ਬਰਾਬਰ ਹੋਏਗਾ, ਸਾਡਾ ਮੱਧਿਕਾ ਦੇ। ਅਸੀਂ ਇਹਨੂੰ ਹੱਲ ਕਰ ਲੈਂਦੇ ਹਾਂ। 2x + 2, ਇਸ 2 ਨੂੰ ਇਸ ਸਾਈਡ ਅਸੀਂ ਕੀ ਕਰਾ ਦਿੰਦੇ ਹਾਂ, ਗੁਣਾ ਕਰਾ ਦਿੰਦੇ ਹਾਂ, 126। 2x ਬਰਾਬਰ ਹੈ 126 - 2 ਬਰਾਬਰ ਹੈ 124 ਤੇ x ਬਰਾਬਰ ਹੈ 124/2। ਤਾਂ ਸਾਡਾ ਜਿਹੜਾ x ਦੀ ਕੀਮਤ ਹੈ ਉਹ ਕਿੰਨੀ ਆ ਗਈ, 12। ਸਾਡਾ ਲਾਸਟ ਪ੍ਰਸ਼ਨ ਹੈ, ਹੇਠ ਦਿੱਤੀ ਸਾਰਣੀ ਵਿੱਚ ਕਿਸੇ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ 60 ਕਰਮਚਾਰੀਆਂ ਦਾ ਮੱਧਮਾਨ ਵੇਤਨ ਹੈ ਜਿਹੜਾ ਉਹ ਦਿੱਤਾ ਗਿਆ ਹੈ ਵੀ ਉਹ ਕਰਮਚਾਰੀ ਜਿਨ੍ਹਾਂ ਦਾ ਵੇਤਨ 3000 ਰੁਪਏ ਹੈ ਉਹ ਕਿੰਨੇ ਹਨ, 16 ਹਨ। ਤੇ ਜਿਨ੍ਹਾਂ ਦਾ ਵੇਤਨ 4000 ਰੁਪਏ ਹੈ ਉਹ ਕਿੰਨੇ ਹਨ, 12 ਹਨ। 5000 ਵੇਤਨ ਵਾਲੇ 10 ਕਰਮਚਾਰੀ ਹਨ, 6000 ਵਾਲੇ 8 ਹਨ, 7000 ਵਾਲੇ 6 ਕਰਮਚਾਰੀ ਹਨ, 8000 ਰੁਪਏ ਵੇਤਨ ਵਾਲੇ 4 ਸਾਡੇ ਕਰਮਚਾਰੀ ਹਨ, 9000 ਵੇਤਨ ਵਾਲੇ 3 ਕਰਮਚਾਰੀ ਹਨ ਤੇ 10000 ਵੇਤਨ ਵਾਲੇ ਕਿੰਨੇ ਕਰਮਚਾਰੀ ਹਨ, 1। ਕੁੱਲ ਕਰਮਚਾਰੀ ਕਿੰਨੇ ਹਨ ਸਾਡੇ ਕੋਲ, 60। ਇਹਨਾਂ ਦਾ ਅਸੀਂ ਮੱਧਮਾਨ ਵੇਤਨ ਹੈ ਜਿਹੜਾ ਉਹ ਪਤਾ ਕਰਨਾ ਹੈ। ਤਾਂ ਇਸ ਦੇ ਲਈ ਅਸੀਂ ਫਿਰ 3 ਕਾਲਮ ਬਣਾਉਂਦੇ ਹਾਂ। ਸਭ ਤੋਂ ਪਹਿਲੇ ਕਾਲਮ ਦੇ ਵਿੱਚ ਸਾਡੇ ਕੋਲ ਵੇਤਨ ਹੈ ਜਿਸ ਨੂੰ ਅਸੀਂ XI ਮੰਨਿਆ ਹੈ। ਦੂਜੇ ਕਾਲਮ ਦੇ ਵਿੱਚ ਸਾਡੀ ਜਿਹੜੇ ਬਰਮਬਾਰਤਾ ਹੈ, ਕਰਮਚਾਰੀਆਂ ਦੀ ਸੰਖਿਆ ਹੈ, ਉਸ ਨੂੰ ਅਸੀਂ ਕੀ ਮੰਨਿਆ ਹੈ, FI। ਤਾਂ ਅਸੀਂ ਤੀਜੇ ਕਾਲਮ ਦੇ ਵਿੱਚ ਕੀ ਕੱਢਣਾ ਹੈ, XI × FI। ਅਸੀਂ ਇਹਨਾਂ ਨੂੰ ਗੁਣਾ ਕਰਦੇ ਹਾਂ। XI × FI ਦਾ ਮਤਲਬ ਇਹਨਾਂ ਦੋਨਾਂ ਦੀ ਅਸੀਂ ਕੀ ਕਰਨੀ ਹੈ, ਗੁਣਾ, ਯਾਨੀ ਕਿ 3000 × 16। ਇੱਦਾਂ ਹੀ 4000 × 12 ਕਰਦੇ ਹਾਂ ਅਸੀਂ। ਅਗਲਾ ਸਾਡਾ ਹੈਗਾ 50000 ਆ ਜਾਏਗਾ। ਇੱਦਾਂ ਹੀ ਅਸੀਂ ਇਹਨਾਂ ਦੋਨਾਂ ਦੀ ਆਪਸ 'ਚ ਗੁਣਾ ਕਰੀਏ ਤਾਂ ਕਿੰਨਾ ਆ ਗਿਆ ਸਾਡੇ ਕੋਲ, 48000। ਇੱਦਾਂ ਹੀ ਸਾਡੇ ਕੋਲ 42000, 32000, 27000 ਤੇ 10000। ਇਹ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਜਿਹੜੀ ਇਹ ਕਰਮਚਾਰੀਆਂ ਦੀ ਸੰਖਿਆ ਹੈ ਇਸ ਨੂੰ ਅਸੀਂ ਸਿਗਮਾ FI, ਸਿਗਮਾ ਦਾ ਮਤਲਬ ਹੁੰਦਾ ਹੈ ਇਹਨਾਂ ਸਾਰਿਆਂ ਦਾ ਜੋੜ। ਸਾਡਾ ਜੋੜ ਕਿੰਨਾ ਹੈ, 60। ਇੱਦਾਂ ਹੀ ਅਸੀਂ ਸਿਗਮਾ FI ਤੇ XI ਇਹ ਕਿੰਨਾ ਹੈ, ਅਸੀਂ ਇਹਨਾਂ ਸਾਰਿਆਂ ਨੂੰ ਜੋੜਦੇ ਹਾਂ ਤਾਂ ਸਾਡਾ ਜੋੜ ਹੈ ਜਿਹੜਾ ਅਸੀਂ ਅਗਰ ਦੇਖੀਏ ਤਾਂ 30000 ਸਾਡੇ ਕੋਲ ਕਿੰਨਾ ਆ ਗਿਆ। ਸਾਡੇ ਕੋਲ ਅਗਰ ਅਸੀਂ ਦੇਖੀਏ ਤਾਂ ਅਸੀਂ ਹੁਣ ਬੋਲਦੇ ਹਾਂ ਵੀ ਇਹਨਾਂ ਕਰਮਚਾਰੀਆਂ ਦਾ ਅਸੀਂ ਕੀ ਪਤਾ ਕਰਨਾ ਹੈ, ਮੱਧਮਾਨ ਵੇਤਨ। ਸਾਡਾ ਜਿਹੜਾ ਮੱਧਮਾਨ ਵੇਤਨ ਹੈ ਉਹ ਕੀ ਹੋਏਗਾ, ਮੱਧਮਾਨ ਬਰਾਬਰ ਹੈ ਸਿਗਮਾ FI XI ਬਟੇ ਸਿਗਮਾ FI। ਤਾਂ ਅਸੀਂ ਉਹਦੇ ਤੋਂ ਇਹਨਾਂ ਦਾ ਮੱਧਮਾਨ ਵੇਤਨ ਹੈ ਜਿਹੜਾ ਉਹ ਪਤਾ ਕਰ ਸਕਦੇ ਹਾਂ। ਤਾਂ ਤੁਸੀਂ ਕੀ ਕਰਨਾ ਹੈ, ਇਹਨੂੰ ਅਗਰ ਅਸੀਂ ਇਹਦੇ ਨਾਲ ਭਾਗ ਕਰੀਏ ਤਾਂ ਜਿਹੜਾ ਆਨਸਰ ਆਏਗਾ ਉਹ ਸਾਡਾ ਕੀ ਹੋਏਗਾ, ਮੱਧਮਾਨ ਵੇਤਨ ਹੋਏਗਾ। ਤਾਂ ਪਿਆਰੇ ਵਿਦਿਆਰਥੀਓ, ਅੱਜ ਅਸੀਂ ਕੀ ਕੀਤਾ, ਅਸੀਂ ਕੇਂਦਰ ਪ੍ਰਵਿਰਤੀ ਦੇ ਜਿਹੜੇ ਤਿੰਨੋਂ ਮਾਪ ਹਨ, ਮੱਧਮਾਨ, ਮੱਧਿਕਾ, ਬਹੁਲਕ ਹੈ, ਜਿਹੜਾ ਉਹਨਾਂ ਬਾਰੇ ਪੜ੍ਹਿਆ ਕਿ ਅਸੀਂ ਮੱਧਮਾਨ ਜਦੋਂ ਵੀ ਪਤਾ ਕਰਨਾ ਹੈ ਤਾਂ ਸਾਰੇ ਪ੍ਰੇਖਣਾਂ ਦਾ ਅਸੀਂ ਜੋੜ ਬਟੇ ਪ੍ਰੇਖਣਾਂ ਦੀ ਕੁੱਲ ਸੰਖਿਆ। ਜੇ ਅਸੀਂ ਮੱਧਿਕਾ ਦੀ ਗੱਲ ਕਰੀਏ ਤਾਂ ਕੀ ਹੋਏਗਾ, ਉਹ ਪ੍ਰੇਖਣ ਜਿਹੜਾ ਕਿਸੇ ਵੀ ਅੰਕੜਿਆਂ ਨੂੰ 2 ਬਰਾਬਰ ਭਾਗਾਂ ਦੇ ਵਿੱਚ ਵੰਡਦਾ ਹੈ। ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੇ ਅੰਕੜੇ ਹਨ ਉਹਨਾਂ ਨੂੰ ਵੱਧਦੇ ਜਾਂ ਘਟਦੇ ਕ੍ਰਮ ਵਿੱਚ ਲਿਖਣਾ ਹੈ। ਜੇ ਅਸੀਂ ਬਹੁਲਕ ਦੀ ਗੱਲ ਕਰੀਏ ਤਾਂ ਬਹੁਲਕ ਉਹ ਪ੍ਰੇਖਣ ਹੁੰਦਾ ਹੈ ਜਿਹੜਾ ਸਭ ਤੋਂ ਵੱਧ ਵਾਰ ਆਉਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਤੁਹਾਨੂੰ ਜਿਹੜਾ ਅੰਕੜਾ ਵਿਗਿਆਨ ਦਾ ਸਾਡਾ ਪੂਰਾ ਚੈਪਟਰ ਹੈ ਅਸੀਂ ਕੀਤਾ ਹੈ, ਤੁਹਾਨੂੰ ਸਮਝ ਆਇਆ ਹੋਵੇਗਾ
ਤੇ ਤੁਸੀਂ ਘਰ ਜਾ ਕੇ ਇਹਨਾਂ ਦੇ ਨਾਲ ਰਿਲੇਟਡ ਹੈ ਜਿਹੜੇ ਕੁਐਸਚਨ ਜ਼ਰੂਰ ਕਰੋਗੇ। ਧੰਨਵਾਦ।